ਡੰਡੋਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ। ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਘਰ ਹੱਥ। ਗਿਆਨ ਅੰਜਨ ਗੁਰ ਦਿਆ, ਅਗਿਆਨ ਅੰਧੇਰ ਬਿਨਾਸ਼। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਯਾਹੀ ਕੁਲ ਤੇ ਪ੍ਰਗਟ ਹੋਏ, ਤਾਹੀ ਕੁਲ ਕੋ ਨਾਮ। ਪੁਨ ਦਵਾਦਸ ਗੁਰਿੰਦ ਕਉ, ਮੇਰੀ ਹੈ ਪ੍ਰਣਾਮ। ਪਰਮ ਸਤਿਕਾਰਯੋਗ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਬੈਠੀ ਹੋਈ ਸਾਧ ਸੰਗਤ ਜੀਓ, ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰਨ ਦੇ ਲਈ, ਰਸਨਾ ਨੂੰ ਪਵਿੱਤਰ ਕਰਨ ਲਈ ਇੱਕ ਵਾਰੀ ਸਾਰੇ ਹੀ ਰਲ ਕੇ ਆਖੀਏ, ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ। ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਇਤਿਹਾਸ ਸਾਹਿਬ ਜੀ ਸ਼੍ਰਵਣ ਕਰ ਰਹੇ ਸੀ। ਕੱਲ ਪਿਛਲੇ ਅਧਿਆਇ ਦੀ ਸਮਾਪਤੀ ਹੋਈ ਸੀ। ਅੱਜ ਇੱਕ ਨਵੇਂ ਅਧਿਆਇ ਦਾ ਪ੍ਰਾਰੰਭ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਇੱਕ ਦੋਹਰੇ ਦੇ ਨਾਲ ਇਸ ਤਰ੍ਹਾਂ ਕਰਦੇ ਨੇ। ਮੈਂ ਅੱਜ ਦੀ ਕਥਾ ਨੂੰ ਇੱਥੋਂ ਹੀ ਪ੍ਰਾਰੰਭ ਕਰਦਾ। ਕਾਰ ਹੋਤ ਨਿਤ ਬਾਪਿਕਾ, ਕਰ ਪ੍ਰੇਮ ਸੋ ਦਾਸ। कृपा दृष्ट जिसको पिखत, तिसके ज्ञान प्रकाश। ग्रंथाकार भाई संतोख सिंह जी लिखते ने कि बौली दी जिहड़ी कार सेवा है वो लगातार जारी है। प्रेम दे नाल गुरु दे जिहड़े दास ने वो कार सेवा दे विच लगे हुए ने। सतगुरु सच्चे पातशाह जी मानो कि कृपा दी दृष्टि हर एक ते पाउंदे ने, ਜਿਹੜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਾਨੋ ਕਿ ਗਿਆਨ ਦਾ ਪ੍ਰਕਾਸ਼ ਕਰਨ ਵਾਲੇ। ਲਿਆਈ ਟਕਾ ਕਰਦਮ ਕਰਕੇ, ਚੂਨਾ ਪ੍ਰਥਮ ਸੋਨੀਕ ਸੁਧਰ ਕੇ। ਜਿਹੜੇ ਸਿੱਖ ਨੇ ਕਹਿੰਦੇ ਨੇ ਕਿ ਇੱਟਾਂ ਲਿਆਉਂਦੇ ਨੇ, ਇਸ ਤੋਂ ਇਲਾਵਾ ਜਿਹੜਾ ਕਰਦਮ ਹੈ, ਗਾਰਾ ਹੈ, ਉਸ ਨੂੰ ਵੀ ਤਿਆਰ ਕੀਤਾ ਹੋਇਆ। ਔਰ ਇਹਨਾਂ ਦੋਵਾਂ ਚੀਜ਼ਾਂ ਤੋਂ ਬਗੈਰ ਜਿਹੜਾ ਪੱਥਰ ਦਾ ਚੂਨਾ ਹੈ ਉਹ ਵੀ ਕਹਿੰਦੇ ਨੇ ਕਿ ਸੁਧਾਰ ਕੇ ਰੱਖਿਆ ਹੋਇਆ। ਪੀਸੈ ਚਾਕੀ ਮੈਂ ਕਰ ਪ੍ਰੇਮ, ਸਿਰ ਧਰ ਕਰ ਗਮਨ ਖਿਤ ਛੇਮ। ਜਿਹੜਾ ਪੱਥਰ ਦਾ ਚੂਰਾ ਹੈ ਉਹ ਬਹੁਤ ਸਾਰਾ ਲਿਆਂਦਾ ਗਿਆ, ਪਰ ਉਸ ਨੂੰ ਹੋਰ ਵੀ ਜ਼ਿਆਦਾ ਬਰੀਕ ਕਰਨ ਦੇ ਵਾਸਤੇ ਚੱਕੀਆਂ ਦੇ ਵਿੱਚ ਪਾ ਕੇ ਪੀਸਿਆ ਜਾਂਦਾ ਹੈ। ਤੇ ਫਿਰ ਕਹਿੰਦੇ ਨੇ ਕਿ ਪ੍ਰੇਮ ਨੂੰ ਧਾਰਨ ਕਰਕੇ ਗਾਰਾ, ਇੱਟਾਂ ਤੇ ਉਹ ਚੂਨਾ ਕਾਰੀਗਰਾਂ ਦੇ ਕੋਲ ਪਹੁੰਚਾਉਂਦੇ ਨੇ ਸਾਰੇ ਸੇ। ਕਿਸ ਕੋ ਕਿਮ ਕੋਈ ਨਹੀਂ ਕਹੈ, ਆਪੇ ਕਰਨ ਸੇਵ ਸ਼ੁਭ ਚਹੈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਿਸੇ ਨੂੰ ਕੁਝ ਕੰਮ ਕਹਿਣ ਦੀ ਲੋੜ ਨਹੀਂ ਪੈਂਦੀ। ਆਪੋ ਆਪਣੇ ਕੰਮਾਂ ਦੇ ਵਿੱਚ ਸਾਰੇ ਸਿੱਖ ਜੁਟੇ ਹੋਏ ਨੇ, ਸੇਵਾ ਸ਼ੁਭ ਜਾਣ ਕੇ ਕਰਦੇ ਨੇ। ਕਿਸੇ ਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਕਿ ਇੱਟਾਂ ਘਟ ਰਹੀਆਂ ਨੇ, ਇੱਟਾਂ ਲੈ ਕੇ ਆ, ਜਾਂ ਚੂਨੇ ਦੀ ਕਮੀ ਹੈ ਤੂੰ ਚੂਨਾ ਲੈ ਕੇ ਆ, ਜਾਂ ਗਾਰਾ ਘਟ ਆ ਰਿਹਾ। ਭਾਵ ਕਿ ਕਿਸੇ ਨੂੰ ਕੋਈ ਕੰਮ ਕਹਿਣ ਦੀ ਲੋੜ ਨਹੀਂ ਪੈਂਦੀ, ਆਪਣੀ ਸੇਵਾ ਸਮਝ ਕੇ ਸਿੱਖ ਕਰ ਰਹੇ। ਇੱਕ ਆਵੇਂ ਇੱਕ ਲੈ ਕਰ ਜਾਹੇ, ਕਾਰੀਗਰ ਕੇ ਢਿੱਗ ਪਹੁੰਚਾਏ। ਇੱਕ ਆਉਂਦੇ ਨੇ, ਇੱਕ ਵਾਪਸ ਫੇਰ ਮੁੜ ਕੇ ਜਾਂਦੇ ਨੇ। ਇਸੇ ਤਰ੍ਹਾਂ ਚੂਨਾ, ਇੱਟਾਂ ਤੇ ਗਾਰਾ ਤਿੰਨੇ ਚੀਜ਼ਾਂ ਕਾਰੀਗਰਾਂ ਦੇ ਕੋਲ ਸਿੱਖ ਪਹੁੰਚਾ ਰਹੇ ਨੇ। ਜਿਉਂ ਜਿਉਂ ਕਰੈ ਪ੍ਰੀਤ ਸੋ ਸੇਵਾ, ਤਿਉਂ ਤਿਉਂ ਲੱਖ ਸਭ ਕੀ ਗੁਰ ਦੇਵਾ। ਕਵੀ ਜੀ ਲਿਖਦੇ ਨੇ ਜਿਵੇਂ ਜਿਵੇਂ ਪ੍ਰੀਤ ਨੂੰ ਧਾਰਨ ਕਰਕੇ ਸਿੱਖ ਸੇਵਾ ਕਰਦੇ ਨੇ, ਤਿਵੇਂ ਤਿਵੇਂ ਗੁਰੂ ਦੇਵ ਸੱਚੇ ਪਾਤਸ਼ਾਹ ਜੀ ਉਹਨਾਂ ਦੀ ਸੇਵਾ ਤੋਂ ਪ੍ਰਸੰਨ ਹੁੰਦੇ।
पूरे मनोकामना तिनकी, व्यापक जोत सवन में जिनकी। ਜਿਹੜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਜੋਤ ਹਰ ਇੱਕ ਦੇ ਵਿੱਚ ਵਿਆਪਕ ਹੈ, ਐਸੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਿੱਖਾਂ ਦੀਆਂ ਸਾਰੀਆਂ ਮਨ ਦੀਆਂ ਜਿਹੜੀਆਂ ਕਾਮਨਾਵਾਂ ਨੇ ਉਹਨਾਂ ਨੂੰ ਪੂਰੀਆਂ ਕਰ ਰਹੇ। ਏਕ ਸਿੱਖ ਕਾਬਲ ਮੇ ਰਹੈ, ਪਤੀ ਬ੍ਰਤਾ ਇਸਤਰੀ ਜਿਸ ਹੈ। ਕਵੀ ਜੀ ਲਿਖਦੇ ਨੇ ਕਿ ਕਾਬਲ ਦੇ ਵਿੱਚ ਇੱਕ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਸਿੱਖ ਰਹਿੰਦਾ ਸੀ, ਔਰ ਉਸ ਦੀ ਜਿਹੜੀ ਇਸਤਰੀ ਸੀ, ਉਸ ਦੀ ਜਿਹੜੀ ਘਰਵਾਲੀ ਸੀ, ਕਹਿੰਦੇ ਨੇ ਕਿ ਬਹੁਤ ਹੀ ਜ਼ਿਆਦਾ ਪਤੀਵਰਤ ਧਰਮ ਨੂੰ ਧਾਰਨ ਕਰਨ ਵਾਲੀ ਸੁਚੱਜੀ ਸੀ। ਪਤ ਮੈਂ ਪ੍ਰੇਮ ਜਾਮਨੀ ਦਿਨ ਮੈਂ, ਫੁਰੈ ਨ ਅਪਰ ਪੁਰਸ਼ ਕੋ ਮਨ ਮੈਂ। ਉਹ ਜਿਹੜੀ ਸਿੱਖ ਦੀ ਘਰਵਾਲੀ ਹੈ ਆਪਣੇ ਪਤੀ ਦੇ ਨਾਲ ਰਾਤ ਦਿਨ ਪਿਆਰ ਕਰਦੀ ਸੀ, ਬੜਾ ਪਿਆਰ ਸੀ। ਕਹਿੰਦੇ ਨੇ ਕਿ ਉਸ ਦੇ ਮਨ ਦੇ ਵਿੱਚ ਕਿਸੇ ਪਰਾਏ ਪੁਰਸ਼ ਦਾ ਕਦੇ ਖਿਆਲ ਤੱਕ ਵੀ ਨਹੀਂ ਸੀ ਆਇਆ, ਇੰਨਾ ਪਿਆਰ ਕਰਦੀ ਸੀ ਆਪਣੇ ਪਤੀ ਨੂੰ। ਤੇ ਸਿੱਖ ਨੇ ਸਿੱਖੀ ਸੁਦ੍ਰਿੜਾਈ, ਆਪਨ ਭਾਰ ਜਾ ਕੋ ਸੁਖ ਦਾਈ। ਤੇ ਉਸ ਇਸਤਰੀ ਦਾ ਜਿਹੜਾ ਪਤੀ ਸਿੱਖ ਸੀ, ਉਸਨੇ ਮਾਨੋ ਕਿ ਸਿੱਖੀ ਦੇ ਵਿੱਚ ਆਪਣੀ ਪਤਨੀ ਨੂੰ ਦ੍ਰਿੜ ਕੀਤਾ ਸੀ, ਜਿਹੜੀ ਸਿੱਖੀ ਮਾਨੋ ਕਿ ਸੁਖਾਂ ਦਾ ਦਾਨ ਦੇਣ ਵਾਲੀ। ਪਤਿਵ੍ਰਤ ਤੇ ਇਹ ਸ਼ਕਤ ਬਿਸਾਲਾ, ਜਹ ਚਾਹੈ ਪਹੁੰਚੈ ਤਤ ਕਾਲਾ। ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਹ ਜਿਹੜੀ ਸਿੱਖ ਦੀ ਘਰ ਵਾਲੀ ਸੀ, ਉਸਨੇ ਪਤੀਵ੍ਰਤ ਧਰਮ ਨੂੰ ਧਾਰਨ ਕਰਕੇ ਪੱਕੇ ਤਰੀਕੇ ਦੇ ਨਾਲ ਰੱਖਿਆ ਸੀ। ਕਹਿੰਦੇ ਨੇ ਕਿ ਇਸ ਦੀ ਬਰਕਤ ਦੇ ਨਾਲ ਹੀ ਉਹਦੇ ਵਿੱਚ ਬਹੁਤ ਸਾਰੀਆਂ ਸ਼ਕਤੀਆਂ ਆ ਗਈਆਂ, ਔਰ ਉਹ ਇਸਤਰੀ ਜਿੱਥੇ ਵੀ ਜੀ ਕਰਦਾ ਸੀ ਉਹ ਛੇਤੀ ਦੇ ਨਾਲ ਪਹੁੰਚ ਜਾਂਦੀ ਸੀ। ਕੋਸ ਹਜ਼ਾਰੋਂ ਘਟਕਾ ਮਾਹੀ, ਪਹੁੰਚਤ ਦੇਰ ਲੱਗੈ ਜਿਸ ਨਾਹੀ। ਉਸ ਇਸਤਰੀ ਦੇ ਵਿੱਚ ਪਤੀਵ੍ਰਤਾ ਧਰਮ ਧਾਰਨ ਦੇ ਕਾਰਨ ਇੰਨੀਆਂ ਸ਼ਕਤੀਆਂ ਆ ਗਈਆਂ ਸਨ। ਕਵੀ ਜੀ ਕਹਿੰਦੇ ਨੇ ਭਾਵੇਂ ਹਜ਼ਾਰਾਂ ਕੋਹਾਂ ਦਾ ਪੈਂਡਾ ਹੋਵੇ, ਉਹ ਇੱਕ ਘੜੀ ਦੇ ਵਿੱਚ ਹੀ ਤੈਅ ਕਰ ਲੈਂਦੀ ਸੀ। ਪਹੁੰਚਤ ਦੇਰ ਲਗੇ ਜਿਸ ਨਾਹੀ, ਹਜ਼ਾਰਾਂ ਕੋਹਾਂ ਦੇ ਫਾਸਲੇ ਨੂੰ ਤੈਅ ਕਰ ਜਾਂਦੀ ਸੀ, ਕੋਈ ਦੇਰ ਨਹੀਂ ਸੀ ਲੱਗਦੀ। ਇਤਿਆਦਿਕ ਸ਼ਕਤੀ ਕੋ ਤਾਰਤ, ਸਦਾ ਪ੍ਰੇਮ ਪਤ ਸੋ ਪ੍ਰਤੀ ਪਾਰਤ। ਕਵੀ ਜੀ ਲਿਖਦੇ ਨੇ ਭਾਵੇਂ ਇੰਨੀਆਂ ਵੱਡੀਆਂ ਸ਼ਕਤੀਆਂ ਦੀ ਧਾਰਨੀ ਸੀ, ਇੰਨੀਆਂ ਜ਼ਿਆਦਾ ਉਹਦੇ ਵਿੱਚ ਸ਼ਕਤੀਆਂ ਸਨ, ਪਰ ਫਿਰ ਵੀ ਹਮੇਸ਼ਾ ਵਾਸਤੇ ਆਪਣੇ ਪਤੀ ਦੇ ਨਾਲ ਉਹ ਪਿਆਰ ਕਰਦੀ ਸੀ, ਆਪਣੇ ਧਰਮ ਨੂੰ ਉਹ ਜ਼ਰੂਰ ਪਾਲਦੀ ਸੀ। ਕਾਰ ਬਾਪ ਕਾ ਕੀ ਤਿਨ ਜਾਨੀ, ਤਿਆਰ ਕਰਵਾਵਤ ਗੁਰ ਗੁਣ ਖਾਨੀ। ਹੁਣ ਉਸ ਸਿੱਖ ਦੀ ਘਰਵਾਲੀ ਨੂੰ ਇਸ ਗੱਲ ਦਾ ਪਤਾ ਲੱਗਾ ਹੈ ਕਿ ਗੋਇੰਦਵਾਲ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਕ ਬੌਲੀ ਦਾ ਨਿਰਮਾਣ ਕਰਵਾ ਰਹੇ ਨੇ, ਜਿਹੜੇ ਸਤਿਗੁਰੂ ਜੀ ਗੁਣ ਖਾਨੀ ਨੇ, ਭਾਵ ਕੇ ਗੁਣਾਂ ਦੀ ਖਾਨ। ਫਲ ਵਿਸਾਲ ਲਗ ਸੇਵਾ ਕੀਨੇ, ਕੌਣ ਤਜੇ ਅਸ ਜਿਨ ਮਨ ਚੀਨੇ। ਕਵੀ ਜੀ ਲਿਖਦੇ ਨੇ ਕਿ ਥੋੜੀ ਸੇਵਾ ਕਰਨ ਦਾ ਵੱਡਾ ਫਲ ਮਿਲ ਜਾਣਾ ਹੈ। ਜਿਸ ਨੂੰ ਇਸ ਗੱਲ ਦਾ ਪਤਾ ਹੋਵੇ, ਫਿਰ ਐਸੀ ਸੇਵਾ ਨੂੰ ਕੌਣ ਛੱਡਦਾ। ਸੋ ਸਿੱਖਣੀ ਕਾਬਲ ਤੇ ਆਵੈ, ਪ੍ਰਾਤ ਹੋਤ ਗੁਰ ਸੇਵ ਕਮਾਵੈ। ਹੁਣ ਸਿੱਖਣੀ ਨੇ ਸੇਵਾ ਕਰਨ ਦਾ ਮਨ ਬਣਾਇਆ ਹੈ, ਔਰ ਕਹਿੰਦੇ ਨੇ ਕਿ ਕਾਬਲ ਤੋਂ ਰੋਜ਼ ਸਵੇਰੇ ਸਵੇਰ ਆ ਜਾਂਦੀ ਹੈ, ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਪਿਆਰ ਕਰਦੀ ਹੈ, ਔਰ ਸੇਵਾ ਦੇ ਵਿੱਚ ਸਵੇਰੇ ਆਣ ਕੇ ਲੱਗ ਜਾਂਦੀ ਹੈ। ਸਾਗਰੇ ਦਿਵਸ ਟਹਿਲ ਕੋ ਕਰਹੀ, ਖਨ ਤੇ ਕਾਰ ਸੁਵਹਿਰ ਨਿਕਰਹੀ। ਸਾਰਾ ਦਿਨ ਉਹ ਸੇਵਾ ਦੇ ਵਿੱਚ ਜੁਟੀ ਰਹਿੰਦੀ ਹੈ, ਸੇਵਾ ਕਰਦੀ ਰਹਿੰਦੀ ਹੈ। ਬੌਲੀ ਦੇ ਵਿੱਚੋਂ ਮਿੱਟੀ ਪੁੱਟੀ ਜਾਂਦੀ ਹੈ, ਔਰ ਫਿਰ ਉਸ ਮਿੱਟੀ ਨੂੰ ਟੋਕਰਿਆਂ ਦੇ ਵਿੱਚ ਭਰ ਕੇ ਬਾਹਰ ਸੁੱਟਿਆ ਜਾਂਦਾ ਹੈ। ਇਸ ਤੋਂ ਇਲਾਵਾ ਨਾਲ ਦੀ ਨਾਲ ਬੌਲੀ ਨੂੰ ਪੱਕਾ ਵੀ ਕੀਤਾ ਜਾ ਰਿਹਾ। ਚੂਨਾ ਈਟ ਦੇਤ ਪਹੁੰਚਾਈ, ਤਾਰੇ ਪ੍ਰੇਮ ਬਹੁ ਚੌਂਪ ਵਧਾਈ। ਕਦੇ ਚੂਨਾ ਲਿਆ ਕੇ ਦਿੰਦੀ ਹੈ,
ਕਦੇ ਇੱਟਾਂ ਪਹੁੰਚਾਉਂਦੀ ਹੈ, ਕਦੇ ਗਾਰਾ ਪਹੁੰਚਾਉਂਦੀ ਹੈ ਤੇ ਕਦੇ ਟੋਕਰੇ ਦੇ ਵਿੱਚ ਭਰ ਕੇ ਮਿੱਟੀ ਜਿਹੜੀ ਹੈ ਨਾ ਉਹਨੂੰ ਬਾਹਰ ਸੁੱਟਦੀ ਹੈ। ਭਾਵ ਕਿ ਜਿਹੜੀ ਵੀ ਸੇਵਾ ਹੱਥ ਲੱਗਦੀ ਹੈ ਉਹਨੂੰ ਜਾਣ ਨਹੀਂ ਦਿੰਦੀ, ਪ੍ਰੇਮ ਨੂੰ ਧਾਰਨ ਕਰਕੇ ਚੌਂਬ ਦੇ ਨਾਲ, ਖੁਸ਼ੀ ਦੇ ਨਾਲ ਸੇਵਾ ਦੇ ਵਿੱਚ ਸਾਰਾ ਦਿਨ ਲੱਗੀ ਰਹਿੰਦੀ। ਕਿਹ ਸੋ ਕਹਿ ਬੋਲ ਬੋ ਨਾਹੀ, ਸਤਿਗੁਰ ਚਰਨ ਧਰੈ ਔਰ ਮਾਹੀ। ਉਸ ਬੀਬੀ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਚਰਨਾਂ ਨੂੰ ਆਪਣੇ ਹਿਰਦੇ ਦੇ ਵਿੱਚ ਧਾਰਨ ਕੀਤਾ ਹੋਇਆ, ਕਿਸੇ ਦੇ ਨਾਲ ਉਹ ਕਦੇ ਵੀ ਨਹੀਂ ਬੋਲਦੇ। ਪਰੈ ਨਿਸਾ ਹੋਏ ਅੰਤਰ ਧਿਆਨ, ਨਿਜ ਘਰ ਕਾਬਲ ਕਰੇ ਪਿਆਨ। ਸਾਰਾ ਦਿਨ ਉਹ ਬੀਬੀ ਸੇਵਾ ਕਰਦੀ ਰਹਿੰਦੀ ਹੈ, ਪਰ ਜਦੋਂ ਹੀ ਰਾਤ ਪੈਂਦੀ ਹੈ ਤੇ ਕਹਿੰਦੇ ਨੇ ਅੰਤਰ ਧਿਆਨ ਹੋ ਜਾਂਦੀ ਹੈ, ਭਾਵ ਕਿ ਗਾਇਬ ਹੋ ਜਾਂਦੀ ਹੈ, ਅਦ੍ਰਿਸ਼ ਹੋ ਜਾਂਦੀ ਹੈ। ਤੇ ਇਸ ਤਰ੍ਹਾਂ ਅਦ੍ਰਿਸ਼ ਹੋ ਕੇ ਉਹ ਆਪਣੇ ਘਰ ਕਾਬਲ ਦੇ ਵਿੱਚ ਪਹੁੰਚ ਜਾਂਦੀ। ਖਾਣ ਪਾਣ ਸਭ ਕੁਟੰਬ ਸਮੇਤ, ਕਰ ਸੁਪਤੈ ਸੋ ਆਪਣਾ ਨਕੇਤ। ਰਾਤ ਨੂੰ ਜਾ ਕੇ ਖਾਣ ਪਾਣ ਜਿਹੜਾ ਹੈ ਉਹ ਆਪਣੇ ਪਰਿਵਾਰ ਦੇ ਨਾਲ ਮਿਲ ਕੇ ਕਰਦੀ ਹੈ, ਔਰ ਇਸ ਤੋਂ ਬਾਅਦ ਆਪਣੇ ਘਰ ਦੇ ਵਿੱਚ ਹੀ ਸੌਂਦੀ। ਹੋਤ ਪ੍ਰਾਤ ਪੁਨ ਆਏ ਅਚਾਨਕ, ਕਰੈ ਸੇਵ ਸਿਮਰੈ ਸ੍ਰੀ ਨਾਨਕ। ਪਰ ਜਦੋਂ ਹੀ ਸਵੇਰ ਹੁੰਦੀ ਹੈ ਤੇ ਅਚਾਨਕ ਹੀ ਉਸ ਗੋਇੰਦਵਾਲ ਨਗਰ ਦੇ ਵਿੱਚ ਉਹ ਆਣ ਕੇ ਪ੍ਰਗਟ ਹੋ ਜਾਂਦੀ ਹੈ। ਕਰੈ ਸੇਵ ਸਿਮਰੈ ਸ੍ਰੀ ਨਾਨਕ, ਫਿਰ ਤੋਂ ਕਾਰ ਸੇਵਾ ਦੇ ਵਿੱਚ ਜੁੜ ਜਾਂਦੀ ਹੈ, ਭਾਵ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਨਾਮ ਨੂੰ ਯਾਦ ਕਰਦੀ ਹੈ। ਦੇਖਤ ਸਿੱਖ ਅਚੰਬੈ ਰਹੈ, ਤਿਸ ਇਸਤਰੀ ਕੋ ਭੇਦ ਨਾ ਲਹੈ। ਹੁਣ ਕਾਫੀ ਦਿਨ ਇਸੇ ਤਰ੍ਹਾਂ ਬਤੀਤ ਹੋ ਗਏ, ਰੋਜ਼ ਇਸੇ ਤਰ੍ਹਾਂ ਹੁੰਦਾ ਰਿਹਾ ਤੇ ਜਿਹੜੇ ਦੇਖਣ ਵਾਲੇ ਸਿੱਖ ਨੇ ਉਹ ਬਹੁਤ ਹੀ ਜ਼ਿਆਦਾ ਚਕਰਤ ਹੁੰਦੇ ਨੇ, ਅਚੰਬੇ ਦੇ ਵਿੱਚ ਫਸ ਜਾਂਦੇ ਨੇ, ਪਰ ਉਸ ਔਰਤ ਦਾ ਕੋਈ ਵੀ ਭੇਦ ਨਹੀਂ ਜਾਣਦਾ। ਸੇਵਾ ਕਰਤੀ ਹਾਥ ਪਸਾਰੈ, ਪਲਨਾ ਕੋ ਝੁਲਾਵਣ ਧਾਰੈ। ਹੁਣ ਜਿਹੜੇ ਸਿੱਖ ਸੇਵਾ ਕਰ ਰਹੇ ਨੇ ਉਹ ਆਪਣੇ ਮਨ ਦੇ ਵਿੱਚ ਸੋਚਦੇ ਨੇ ਕਿ ਜਦੋਂ ਇਹ ਸੇਵਾ ਕਰਦੀ ਹੈ ਤੇ ਕਦੇ ਕਦੇ ਆਪਣੇ ਹੱਥ ਨੂੰ ਪਸਾਰਦੀ ਹੈ, ਦੂਰ ਤੱਕ ਖੜਦੀ ਹੈ, ਇਸ ਤਰ੍ਹਾਂ ਹੱਥ ਦਾ ਹੁਲਾਰਾ ਮਾਰਦੀ ਹੈ ਕਿ ਜਿਵੇਂ ਮਾਨੋ ਕਿਸੇ ਬੱਚੇ ਨੂੰ ਝੂਟਾ ਦਿੱਤਾ ਜਾਂਦਾ ਹੋਵੇ ਪੰਘੂੜੇ ਦੇ ਵਿੱਚ ਪਾ ਕੇ। ਬੌਰ ਕਾਰ ਕੋ ਕਰੈ ਬਣਾਏ, ਪੁਨ ਘਟਕਾ ਮੈਂ ਦੇਤ ਚੁਲਾਏ। ਥੋੜੀ ਦੇਰ ਫੇਰ ਸੇਵਾ ਕਰਦੀ ਹੈ ਤੇ ਫੇਰ ਇਸੇ ਤਰ੍ਹਾਂ ਹੱਥ ਹਿਲਾਉਂਦੀ ਹੈ ਕਿ ਜਿਵੇਂ ਕਿਸੇ ਪੰਘੂੜੇ ਨੂੰ ਝੂਟਾ ਦਿੱਤਾ ਜਾਂਦਾ ਹੋਵੇ, ਇਸ ਤਰ੍ਹਾਂ ਸਿੱਖਾਂ ਨੇ ਕਰਦੀ ਦੇਖੀ। ਕਹਤੇ ਆਵੇ ਜਾਏ ਹਮੇਸ਼, ਨਹੀਂ ਜਾਣੈ ਸਭ ਬਿਸਮ ਵਸ਼ੇਸ਼। ਹੁਣ ਉਹ ਜਿਹੜੀ ਬੀਬੀ ਰੋਜ਼ ਸੇਵਾ ਦੇ ਵਾਸਤੇ ਆਉਂਦੀ ਹੈ, ਉਹ ਕਿੱਥੋਂ ਹਮੇਸ਼ਾ ਆਉਂਦੀ ਹੈ ਤੇ ਫੇਰ ਕਿੱਥੇ ਚਲੀ ਜਾਂਦੀ ਹੈ, ਇਹ ਕਿਸੇ ਨੂੰ ਪਤਾ ਨਹੀਂ ਲੱਗ ਸਕਿਆ। ਸਾਰੇ ਬਹੁਤ ਜ਼ਿਆਦਾ ਹੈਰਾਨੀ ਦੇ ਵਿੱਚ। ਦੂਜੇ ਹੱਥ ਪਸਾਰਤ ਹੇਰੈ, ਲਖਨ ਗਤਿਆ ਚਰਜ ਬਡੇਰੈ। ਇੱਕ ਤੇ ਇਸ ਗੱਲ ਦਾ ਪਤਾ ਨਹੀਂ ਲੱਗਦਾ ਕਿ ਕਿੱਥੋਂ ਆਉਂਦੀ ਹੈ ਤੇ ਕਿੱਥੇ ਚਲੀ ਜਾਂਦੀ ਹੈ। ਦੂਸਰਾ ਇਸ ਗੱਲ ਦਾ ਪਤਾ ਨਹੀਂ ਲੱਗਦਾ ਕਿ ਆਪਣੇ ਹੱਥ ਦੇ ਨਾਲ ਉਹ ਕਿਸ ਚੀਜ਼ ਨੂੰ ਹੁਲਾਰਾ ਦਿੰਦੀ ਹੈ। ਲਖੈਨਾ ਗਤਿਆ ਚਰਜ ਬਡੇਰੈ, ਇਸ ਗਤੀ ਨੂੰ ਕੋਈ ਵੀ ਸਿੱਖ ਜਾਣਦਾ ਨਹੀਂ ਹੈ। ਇਸ ਕਰਕੇ ਬਹੁਤ ਜ਼ਿਆਦਾ ਹੈਰਾਨੀ ਦੇ ਵਿੱਚ ਨੇ ਸਾਰੇ ਦੇ ਸਾਰੇ। ਬੂਝ ਨ ਸਕੈ ਪ੍ਰੇਮ ਸੋ ਸੇਵੈ, ਕਰੈ ਕਾਰ ਕੋ ਲਖੇ ਨਾ ਪੇਵੈ। ਕਵੀ ਜੀ ਲਿਖਦੇ ਨੇ ਉਸ ਤੋਂ ਪੁੱਛਦੇ ਵੀ ਨਹੀਂ ਹਨ, ਕਿਉਂਕਿ ਕਦੇ ਕਿਸੇ ਦੇ ਨਾਲ ਉਹ ਬੋਲਦੀ ਨਹੀਂ ਹੈ। ਪ੍ਰੇਮ ਬਹੁਤਾ ਜ਼ਿਆਦਾ ਸੇਵਾ ਦੇ ਵਿੱਚ ਉਸ ਦਾ ਦੇਖਦੇ ਨੇ, ਇਸ ਕਰਕੇ ਸਿੱਖ ਉਹਨੂੰ ਬੁਲਾਉਣ ਦਾ ਯਤਨ ਵੀ ਨਹੀਂ ਕਰਦੇ, ਕਿਉਂਕਿ ਸੋਚਦੇ ਨੇ ਕਿ ਅਸੀਂ ਇਹਨੂੰ ਆਵਾਜ਼ਾਰ ਕਿਉਂ ਕਰੀਏ, ਇਸ ਨੂੰ ਡਿਸਟਰਬ ਕਿਉਂ ਕਰੀਏ। ਕਰੈ ਕਾਰ ਕੋ ਲਖੈ ਨਾ ਪੇਵੈ, ਸੇਵਾ ਕਰਦੀ ਹੈ ਪਰ ਉਸ ਦੇ ਭੇਦ ਨੂੰ ਕੋਈ ਨਹੀਂ ਜਾਣਦਾ। ਆਪਸ ਮੇਂ ਚਰਚਾ ਬਹੁ ਕਰੈ, ਕਿਸਹੂ ਕੋ ਕੁਛ ਸਮਝ ਨਾ ਪਰੈ। ਸਿੱਖ ਆਪਸ ਦੇ ਵਿੱਚ ਉਸ ਬੀਬੀ ਦੇ ਬਾਰੇ ਬੜੀ ਚਰਚਾ ਕਰਦੇ ਨੇ, ਇੱਕ ਦੂਜੇ ਤੋਂ ਪੁੱਛਦੇ ਨੇ, ਪਰ ਕਿਸੇ ਨੂੰ ਵੀ ਉਸ ਦਾ ਕੋਈ ਪਤਾ ਨਹੀਂ ਹੈ, ਕਿੱਥੋਂ ਆਉਂਦੀ ਹੈ, ਕਿੱਥੇ ਚਲੀ ਜਾਂਦੀ ਹੈ,
ਕਿਸੇ ਦੇ ਮਨ ਦੇ ਵਿੱਚ ਵੀ ਉਹ ਭੇਦ ਨਹੀਂ ਆ ਸਕਿਆ। ਅੰਤਰ ਬ੍ਰਿਤ ਇਕਾਗਰ ਸੁਰਤ, ਕਾਰ ਕਰਨ ਮੈਂ ਧਰਤੀ ਫੁਰਤ। ਸਿੱਖ ਆਪਸ ਦੇ ਵਿੱਚ ਮਿਲ ਕੇ ਗੱਲਾਂ ਕਰਦੇ ਨੇ ਕਿ ਅੰਤਰੀਵ ਬਿਰਤੀ ਦੀ ਧਾਰਨੀ ਇਹ ਬੀਬੀ ਲੱਗਦੀ ਹੈ, ਇਹਦੀ ਜਿਹੜੀ ਸੁਰਤੀ ਹੈ ਉਹ ਲੱਗਦਾ ਬਹੁਤ ਜ਼ਿਆਦਾ ਇਕਾਗਰ ਹੈ, ਸੇਵਾ ਕਰਨ ਦੇ ਵਿੱਚ ਬਹੁਤ ਜ਼ਿਆਦਾ ਫੁਰਤੀ ਵਿਖਾਉਂਦੀ। ਨਿਤ ਪ੍ਰਤੀ ਸੇਵਾ ਮੈਂ ਹਿਤਵਾਨ, ਬਿਨ ਆਲਸ ਉਦਮ ਬਹੁ ਠਾਨੇ। ਇੱਕ ਦੂਜੇ ਨੂੰ ਕਹਿੰਦੇ ਨੇ ਕਿ ਨਿੱਤਾ ਪ੍ਰਤੀ ਸੇਵਾ ਦੇ ਵਿੱਚ ਬੜਾ ਹਿੱਤ ਰੱਖਦੀ ਹੈ, ਬੜਾ ਪਿਆਰ ਰੱਖਦੀ ਹੈ, ਬਗੈਰ ਕਿਸੇ ਆਲਸ ਤੋਂ ਉਦਮ ਨੂੰ ਧਾਰਨ ਕਰਕੇ ਇਹ ਹਮੇਸ਼ਾ ਸੇਵਾ ਕਰਦੀ। ਬਹੁਤ ਦਿਵਸ ਇਸ ਭਾਂਤ ਬਿਤਾਏ, ਅਚਰਜ ਮੈਂ ਨਿਤ ਸਿੱਖ ਸਮੁਦਾਏ। ਇਸ ਤਰੀਕੇ ਦੇ ਨਾਲ ਬਹੁਤ ਸਾਰੇ ਦਿਨ ਬਤੀਤ ਹੋ ਗਏ, ਸਾਰੇ ਦੇ ਸਾਰੇ ਸਿੱਖ ਬਹੁਤ ਹੀ ਜ਼ਿਆਦਾ ਹੈਰਾਨਗੀ ਦੀ ਦਸ਼ਾ ਦੇ ਵਿੱਚ ਹਨ। ਮਿਲ ਸਗਰੇ ਸਤ ਗੁਰ ਪਹਿ ਗਏ, ਬਿਸਮਤ ਮਤ ਸੋ ਬੂਝਤ ਭਏ। ਜਦੋਂ ਇਸੇ ਤਰ੍ਹਾਂ ਕਾਫੀ ਦਿਨ ਬਤੀਤ ਹੋ ਗਏ ਤੇ ਫਿਰ ਸਾਰਿਆਂ ਨੇ ਸਲਾਹ ਕੀਤੀ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਜਾ ਕੇ ਅਰਜ਼ ਕਰੀਏ। ਉਹ ਦੱਸਣਗੇ ਬੀਬੀ ਕਿੱਥੋਂ ਆਉਂਦੀ ਹੈ, ਕਿੱਥੇ ਜਾਂਦੀ ਹੈ, ਔਰ ਇਹ ਬੀਬੀ ਕੌਣ ਹੈ। ਉਸ ਵੇਲੇ ਸਾਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਪਹੁੰਚੇ ਨੇ। ਬਿਸਮਤ ਮਤ ਸੋ ਬੂਝਤ ਪੈ, ਹੈਰਾਨਗੀ ਵਾਲੀ ਮਤ ਦੇ ਨਾਲ ਉਹਨਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਅਰਜ਼ ਕੀਤੀ। हे ਪ੍ਰਭ ਜੀ ਆਵਤ ਇਕ ਮਾਈ, ਮਿਲਤ ਸਵਣ ਮੈਂ ਕਾਰ ਕਮਾਈ। ਸਿੱਖ ਕਹਿੰਦੇ ਨੇ ਗਰੀਬ ਨਵਾਜ ਸੱਚੇ ਪਾਤਸ਼ਾਹ ਇੱਕ ਬਾਹਰੋਂ ਕੋਈ ਬੀਬੀ ਸੇਵਾ ਕਰਨ ਦੇ ਵਾਸਤੇ ਆਉਂਦੀ ਹੈ ਔਰ ਸਾਰਿਆਂ ਦੇ ਨਾਲ ਮਿਲ ਕੇ ਉਹ ਬੌਲੀ ਦੀ ਸੇਵਾ ਕਰਦੀ। ਜਾਮਨ ਮੈਂ ਆਲੋਪ ਹੋਏ ਜਾਏ, ਸਭ ਕੇ ਦੇਖਤ ਦਿਖਤ ਨਾ ਕਾਏ। ਪਰ ਸੱਚੇ ਪਾਤਸ਼ਾਹ ਹੈਰਾਨੀ ਵਾਲੀ ਗੱਲ ਇਹ ਹੈ ਕਿ ਜਦੋਂ ਰਾਤ ਹੁੰਦੀ ਹੈ ਤੇ ਸਾਰਿਆਂ ਦੇ ਦੇਖਦਿਆਂ ਦੇਖਦਿਆਂ ਉਹ ਅਲੋਪ ਹੋ ਜਾਂਦੀ ਹੈ, ਉਹ ਅਦ੍ਰਿਸ਼ ਹੋ ਜਾਂਦੀ ਹੈ, ਉਹ ਗਾਇਬ ਹੋ ਜਾਂਦੀ ਹੈ, ਕਿਸੇ ਨੂੰ ਨਹੀਂ ਦਿਸਦੀ। ਸਾਹਮਣੇ ਇਸੇ ਤਰ੍ਹਾਂ ਉਹ ਅਲੋਪ ਹੋ ਜਾਂਦੀ। ਪ੍ਰਾਤ ਹੋਤ ਪਰ ਘਟਤ ਪੁਨ ਤੈਸੇ, ਕਰਤ ਕਾਰ ਸਭ ਸਿੱਖਣ ਜੈਸੇ। ਤੇ ਕਹਿੰਦੇ ਨੇ ਜਦੋਂ ਹੀ ਰਾਤ ਬੀਤ ਜਾਂਦੀ ਹੈ, ਖਤਮ ਹੋ ਜਾਂਦੀ ਹੈ, ਅਗਲਾ ਸਵੇਰਾ ਹੁੰਦਾ ਹੈ ਤੇ ਉਸੇ ਤਰੀਕੇ ਦੇ ਨਾਲ ਜਿਵੇਂ ਅਦ੍ਰਿਸ਼ ਹੋ ਜਾਂਦੀ ਹੈ, ਦੂਸਰੇ ਤਰੀਕੇ ਦੇ ਨਾਲ ਫਿਰ ਉਹ ਪ੍ਰਗਟ ਹੋ ਜਾਂਦੀ ਹੈ। ਕਰਤ ਕਾਰ ਸਭ ਸਿੱਖਣ ਜੈਸੇ, ਜਿਸ ਤਰ੍ਹਾਂ ਸਾਰੇ ਸਿੱਖ ਸੇਵਾ ਕਰਦੇ ਨੇ ਉਸੇ ਤਰ੍ਹਾਂ ਆਣ ਕੇ ਸੇਵਾ ਕਰਦੀ ਹੈ। ਸਵੇਰ ਹੁੰਦਿਆਂ ਸਾਰ ਉਹ ਪ੍ਰਗਟ ਹੋ ਜਾਂਦੀ। ਇੱਕ ਅਚਰਜ ਪੁਣ ਕਰਤ ਸੋਇਰ, ਕਾਰ ਕਰਤ ਬੈਠਤ ਜਿਸ ਠੌਰ। ਸਿੱਖਾਂ ਨੇ ਆਖਿਆ ਸੱਚੇ ਪਾਤਸ਼ਾਹ ਇੱਥੇ ਹੀ ਬਸ ਨਹੀਂ ਹੈ, ਇੱਕ ਹੋਰ ਵੀ ਹੈਰਾਨੀ ਵਾਲੀ ਗੱਲ ਉਹ ਬੀਬੀ ਕਰਦੀ ਹੈ। ਕਹਿੰਦੇ ਨੇ ਜਦੋਂ ਵੀ ਉਸ ਨੂੰ ਥੋੜਾ ਜਿਹਾ ਸਮਾਂ ਮਿਲਦਾ ਹੈ ਨਾ, ਹਾਥ ਪਸਾਰ ਸੰਕੋਚਤ ਫੇਰ, ਜਾਣਿਓ ਜਾਏ ਨਾ ਹਾਰੇ ਹੇਰ। ਜਦੋਂ ਥੋੜਾ ਜਿਹਾ ਸਮਾਂ ਮਿਲਦਾ ਤੇ ਫਿਰ ਅਚਾਨਕ ਹੀ ਆਪਣੇ ਹੱਥ ਨੂੰ ਪਹਿਲਾਂ ਪਸਾਰ ਲੈਂਦੀ ਹੈ, ਫਿਰ ਸੰਕੋਚ ਲੈਂਦੀ ਹੈ। ਕਹਿੰਦੇ ਨੇ ਕਿ ਜਾਣਿਓ ਜਾਏ ਨਾ ਹਾਰੇ ਹੇਰ। ਅਸੀਂ ਤੇ ਦੇਖ ਦੇਖ ਕੇ ਹਾਰ ਗਏ ਹਾਂ, ਪਰ ਸਾਨੂੰ ਦੋਵਾਂ ਗੱਲਾਂ ਦਾ ਪਤਾ ਨਹੀਂ ਲੱਗਾ। ਪਹਿਲੀ ਗੱਲ ਇਹ ਹੈ ਕਿ ਕੌਣ ਹੈ, ਕਿੱਥੋਂ ਆਉਂਦੀ ਹੈ, ਕਿੱਥੇ ਚਲੀ ਜਾਂਦੀ ਹੈ, ਤੇ ਦੂਸਰੀ ਇਹ ਗੱਲ ਹੈ ਕਿ ਹੱਥ ਦਾ ਹਲਾਰਾ ਕਿਉਂ ਕਰਦੇ, ਇਸ ਤਰ੍ਹਾਂ ਉਹ ਕਿਉਂ ਕਰਦੇ। ਬਹੁਤ ਦਿਵਸ ਕੇ ਦੇਖਤ ਰਹੈਂ, ਆਜ ਬੂਝਬੋ ਤੁਮ ਸੋਚ ਹੈ। ਸਿੱਖਾਂ ਨੇ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਅਰਜ਼ ਕੀਤੀ ਹੈ, ਸੱਚੇ ਪਾਤਸ਼ਾਹ ਬਹੁਤ ਦਿਨ ਹੋ ਗਏ ਨੇ ਸਾਨੂੰ ਦੇਖਦਿਆਂ, ਪਰ ਸਾਡੀ ਸਮਝ ਦੇ ਵਿੱਚ ਕੁਝ ਵੀ ਨਹੀਂ ਆਇਆ। ਇਸ ਕਰਕੇ ਅੱਜ ਤੁਹਾਡੇ ਕੋਲੋਂ ਅਸੀਂ ਪੁੱਛਣਾ ਚਾਹੁੰਦੇ, ਕੋ ਹੈ ਇਹ ਕਿਹ ਪੁਰ ਘਰ ਬਸੈ, ਕਿਮ ਪਹੁੰਚੈ ਅਰ ਕਿਮ ਨਹੀਂ ਦਿਸੈ। ਕਹਿੰਦੇ ਨੇ ਕੋ ਹੈ ਸੱਚੇ ਪਾਤਸ਼ਾਹ, ਇਹ ਕੌਣ ਹੈ, ਇਹ ਕਿਹਪੁਰ ਘਰ ਰਹਿ, ਔਰ ਇਸ ਤੋਂ ਇਲਾਵਾ ਕਿਸ ਸ਼ਹਿਰ ਦੇ ਵਿੱਚ, ਕਿਸ ਦੇ ਘਰ ਇਹ ਬੀਬੀ ਵਸਦੀ ਹੈ। ਕਿਮ ਪਹੁੰਚੈ ਸੱਚੇ ਪਾਤਸ਼ਾਹ, ਅਚਾਨਕ ਕਿਵੇਂ ਪਹੁੰਚ ਜਾਂਦੀ ਹੈ,
ਔਰ ਅਚਾਨਕ ਦੇਖਦਿਆਂ ਦੇਖਦਿਆਂ ਇਹ ਕਿਵੇਂ ਗਾਇਬ ਹੋ ਜਾਂਦੀ ਹੈ, ਦਿਖਾਈ ਨਹੀਂ ਦਿੰਦੀ। ਕਰੁਣਾ ਕਰੋ ਬਿਰਤਾਂਤ ਬਤਾਵੋ, ਸਭ ਸਿੱਖਿਆਣ ਮਨ ਭਰਮ ਮਿਟਾਵੋ। ਸਿੱਖਾਂ ਨੇ ਅਰਜ਼ ਕੀਤੀ ਹੈ, ਸੱਚੇ ਪਾਤਸ਼ਾਹ ਕਰੁਣਾ ਕਰੋ, ਦਇਆ ਕਰੋ, ਸਾਰਾ ਜਿਹੜਾ ਬਿਰਤਾਂਤ ਹੈ ਨਾ ਉਹ ਖੋਲ ਕੇ ਸੁਣਾਓ, ਤਾਂ ਕਿ ਸਾਰਿਆਂ ਸਿੱਖਾਂ ਦੇ ਮਨ ਦੇ ਵਿੱਚ ਜਿਹੜਾ ਭਰਮ ਪੈਦਾ ਹੋਇਆ ਉਹ ਖਤਮ ਹੋ ਜਾਏ। ਸੁਣ ਸ੍ਰੀ ਅਮਰਦਾਸ ਤਿਨ ਸੰਗ, ਕਰਿਓ ਸੁਨਾਵਣ ਸਰਬ ਪਰ ਸੰਗ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਜਦੋਂ ਸਿੱਖਾਂ ਨੇ ਇਸ ਤਰ੍ਹਾਂ ਦੀ ਅਰਜ਼ ਕੀਤੀ ਤੇ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਫਿਰ ਉਸ ਕਾਬਲ ਵਾਲੀ ਬੀਬੀ ਦਾ ਪ੍ਰਸੰਗ ਇਸ ਤਰੀਕੇ ਦੇ ਨਾਲ ਸੁਣਾਇਆ। ਕਹਿੰਦੇ ਨੇ, ਕਾਬਲ ਮੈਂ ਇੱਕ ਸਿੱਖ ਹੈ ਮੇਰੋ, ਤਿਸ ਕੀ ਇਹ ਤ੍ਰਿਆ ਪ੍ਰੇਮ ਕਨੇਰੋ। ਕਹਿੰਦੇ ਨੇ, ਸਿੱਖੋ ਕਾਬਲ ਦੇ ਵਿੱਚ ਤੁਹਾਡੇ ਵਰਗਾ ਪ੍ਰੇਮੀ ਇੱਕ ਮੇਰਾ ਬਹੁਤ ਵਧੀਆ ਸਿੱਖ ਵਸਦਾ ਹੈ। ਤੇ ਕਹਿੰਦੇ ਨੇ ਕਿ ਉਸ ਦੀ ਘਰ ਵਾਲੀ ਹੈ, ਇਹ ਜਿਹੜੀ ਔਰਤ ਇੱਥੇ ਹੁੰਦੀ ਹੈ ਆਪਣੇ ਪਤੀ ਦੇ ਨਾਲ ਇਹ ਬਹੁਤ ਜ਼ਿਆਦਾ ਪਿਆਰ ਕਰਦੀ। ਪਤੀ ਬ੍ਰਤਾ ਬੜ ਭਾਗਣ ਭਲੀ, ਗੁਰ ਸੇਵਾ ਕੇ ਤਤ ਪਰ ਢੁਲੀ। ਕਹਿੰਦੇ ਨੇ ਕਿ ਪਤੀ ਬ੍ਰਤਾ ਧਰਮ ਦੀ ਵੱਡੀ ਧਾਰਨੀ ਹੈ, ਇਹ ਬਹੁਤ ਵੱਡੇ ਭਾਗਾਂ ਵਾਲੀ ਹੈ ਔਰ ਆਪਣੇ ਪਤੀ ਦੀ ਆਗਿਆ ਨੂੰ ਹਮੇਸ਼ਾ ਮੰਨਦੀ ਹੈ। ਗੁਰ ਸੇਵਾ ਕੇ ਤਤ ਪਰ ਢੁਲੀ, ਔਰ ਇਸ ਵੇਲੇ ਮਾਨੋ ਕਿ ਗੁਰੂ ਘਰ ਦੀ ਸੇਵਾ ਦੇ ਵਿੱਚ ਇਹ ਤਤਪਰ ਹੋ ਚੁੱਕੀ। ਪਤੀ ਕੋ ਪਰਮੇਸ਼ਵਰ ਕਰ ਜਾਣ, ਆਇਸ ਤਿਸ ਕੀ ਸਿਰ ਪਰ ਠਨ। ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਆਪਣੇ ਪਤੀ ਨੂੰ ਸਿਰਫ ਪਤੀ ਨਹੀਂ ਜਾਣਦੇ, ਆਪਣੇ ਪਤੀ ਨੂੰ ਪਰਮੇਸ਼ਰ ਦਾ ਸਰੂਪ ਜਾਣਦੀ ਹੈ, ਔਰ ਜੋ ਵੀ ਪਤੀ ਕਹਿੰਦਾ ਹੈ ਉਸ ਦੀ ਆਗਿਆ ਦੇ ਵਿੱਚ ਚੱਲਦੀ ਹੈ, ਆਪਣੇ ਪਤੀ ਦੇ ਹੁਕਮ ਨੂੰ ਸਿਰ ਮੱਥੇ ਤੇ ਰੱਖ ਕੇ ਮੰਨਦੀ। ਨਹੀਂ ਪਰ ਪੁਰਸ਼ ਫੁਰੈ ਮਨ ਮਾਹੀ, ਸਦਾ ਪ੍ਰੇਮ ਨਿਜ ਪਤ ਕੇ ਮਾਹੀ। ਕਦੇ ਵੀ ਇਸ ਬੀਬੀ ਦੇ ਮਨ ਦੇ ਵਿੱਚ ਪਰਾਏ ਪੁਰਸ਼ ਦਾ ਖਿਆਲ ਨਹੀਂ ਆਇਆ, ਸਦਾ ਪ੍ਰੇਮ ਕਰਦੀ ਹੈ ਆਪਣੇ ਪਤੀ ਦੇ ਨਾਲ। ਰਿਦ ਮੈਂ ਧਿਆਨ ਗੁਰੂ ਕੋ ਧਾਰਤ, ਬਾਹਰ ਕਿਸ ਕੋ ਨਾ ਹੈ ਵਿਚਾਰਤ। ਔਰ ਹਿਰਦੇ ਦੇ ਵਿੱਚ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਗੁਰੂ ਦੇ ਧਿਆਨ ਨੂੰ ਧਾਰਨ ਕਰਕੇ ਰੱਖਦੀ ਹੈ, ਬਾਹਰ ਕਿਸ ਕੋ ਨਹੀਂ ਉਚਾਰਤ, ਪਰ ਬਾਹਰ ਕਿਸੇ ਨੂੰ ਉਹ ਕੁਝ ਵੀ ਨਹੀਂ ਕਹਿੰਦੀ, ਭਾਵ ਕੇ ਦਿਖਾਵਾ ਰਤੀ ਨਹੀਂ ਕਰਦੀ। ਤੇਹ ਸਿੱਖ ਨੇ ਗੁਰ ਸੇਵ ਬਤਾਈ, ਪਤ ਸੇਵਤਿਨ ਸ਼ਕਤੀ ਪਾਈ। ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਇਸ ਦੇ ਪਤੀ ਨੇ ਜਿਹੜਾ ਸਾਡਾ ਸਿੱਖ ਹੈ ਗੁਰੂ ਦੀ ਸੇਵਾ ਕਰਨ ਦਾ ਮਹਾਤਮ ਦੱਸਿਆ ਹੈ ਤੇ ਇਸ ਸੇਵਾ ਨੂੰ ਉਹ ਕਰਨ ਦੇ ਵਾਸਤੇ ਆਉਂਦੀ ਹੈ। ਪਤੀ ਸੇਵਤਿਨ ਸ਼ਕਤੀ ਪਾਈ, ਪਰ ਕਹਿੰਦੇ ਨੇ ਕਿ ਪਤੀ ਦੀ ਸੇਵਾ ਕਰਨ ਕਰਕੇ ਇਹਦੇ ਵਿੱਚ ਬਹੁਤ ਵੱਡੀਆਂ ਸ਼ਕਤੀਆਂ ਆ ਗਈਆਂ। ਨਿਜ ਇੱਛਾ ਗਾਮਣ ਭੀ ਐਸੇ, ਸਿੱਧਾ ਯੁਤ ਹੋਵਤ ਸਿੱਧ ਜੈਸੇ। ਗੁਰੂ ਜੀ ਕਹਿੰਦੇ ਨੇ ਕਿ ਆਪਣੀ ਇੱਛਾ ਦੇ ਅਨੁਸਾਰ ਇਹ ਕਿਤੇ ਵੀ ਜਾ ਸਕਦੀ ਹੈ। ਕਹਿੰਦੇ ਨੇ ਕਿ ਜਿਸ ਤਰ੍ਹਾਂ ਸਿੱਧ ਪੁਰਸ਼ ਹੁੰਦੇ ਨੇ ਉਹਨਾਂ ਦੇ ਵਿੱਚ ਕਰਾਮਾਤਾਂ ਹੁੰਦੀਆਂ ਨੇ, ਸ਼ਕਤੀਆਂ ਹੁੰਦੀਆਂ ਨੇ, ਇਸੇ ਤਰੀਕੇ ਦੇ ਨਾਲ ਮਾਨੋ ਇਹ ਜਿਹੜੀ ਬੀਬੀ ਹੈ ਇਹ ਵੀ ਉਹਨਾਂ ਸਿੱਧਾਂ ਵਰਗੀ ਹੈ, ਮਹਾਨ ਸ਼ਕਤੀਆਂ ਦੀ ਮਾਲਕ ਹੈ। ਆਏ ਪ੍ਰਾਤ ਕੋ ਸੇਵ ਕਮਾਵੇ, ਹੋਤ ਸਾਂਝ ਕਾਬਲ ਘਰ ਜਾਵੇ। ਗੁਰੂ ਜੀ ਕਹਿੰਦੇ ਨੇ ਕਿ ਸਵੇਰ ਹੋਣ ਦੇ ਸਾਰ ਹੀ ਆਪਣੀਆਂ ਸ਼ਕਤੀਆਂ ਦੀ ਬਦੌਲਤ ਇਹ ਇੱਥੇ ਪਹੁੰਚ ਜਾਂਦੀ ਹੈ, ਸਾਰਾ ਦਿਨ ਸੇਵਾ ਕਰਦੀ ਹੈ ਤੇ ਜਦੋਂ ਸ਼ਾਮਾਂ ਪੈਂਦੀਆਂ ਨੇ ਆਪਣੀ ਸ਼ਕਤੀ ਦੇ ਜ਼ੋਰ ਦੇ ਨਾਲ ਇਹ ਫਿਰ ਆਪਣੇ ਘਰ ਪਹੁੰਚ ਜਾਂਦੀ ਹੈ। ਇਹਦਾ ਘਰ ਕਾਬਲ ਦੇ ਵਿੱਚ। ਸੁਤ ਕੋ ਪਲਨਾ ਪਰ ਪੌੜਾਵੇ, ਨਿਜ ਸ਼ਕਤੀ ਕਰ ਤਿਸੈ ਝੁਲਾਵੇ। ਹੁਣ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਇਹ ਦੱਸਿਆ ਹੈ ਕਿ ਉਹਦੇ ਵਿੱਚ ਬੜੀਆਂ ਸ਼ਕਤੀਆਂ ਨੇ, ਇਸ ਕਰਕੇ ਕਾਬਲ ਤੋਂ ਸਵੇਰ ਹੋਣ ਦੇ ਨਾਲ ਹੀ ਪਹੁੰਚ ਜਾਂਦੀ ਹੈ ਔਰ ਸ਼ਕਤੀਆਂ ਦੇ ਨਾਲ ਹੀ ਉਹ ਮਾਨੋ ਕਿ ਰਾਤ ਵੇਲੇ ਜਾਂ ਸ਼ਾਮਾਂ ਵੇਲੇ ਚਲੀ ਜਾਂਦੀ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸੁਤ ਕੋ ਪਲਨਾ ਪਰ ਪੌੜਾਵੇ, ਨਿਜ ਸ਼ਕਤੀ ਕਰ ਤਿਸੈ ਝੁਲਾਵੇ। ਔਰ ਜਿਹੜੀ ਤੁਸੀਂ ਗੱਲ ਕਰਦੇ ਹੋ
ਕਿ ਉਹ ਆਪਣਾ ਹੱਥ ਕਿਉਂ ਹਿਲਾਉਂਦੀ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਦੋਂ ਇੱਧਰ ਨੂੰ ਆਉਂਦੀ ਹੈ ਤੇ ਕਹਿੰਦੇ ਨੇ ਕਿ ਝੂਲੇ ਦੇ ਵਿੱਚ, ਪੰਘੂੜੇ ਦੇ ਵਿੱਚ ਆਪਣੇ ਪੁੱਤਰ ਨੂੰ ਉਹ ਸਵਾ ਦਿੰਦੀ ਹੈ ਔਰ ਸ਼ਕਤੀਆਂ ਦੇ ਨਾਲ ਇੱਥੋਂ ਹੀ ਉਸ ਨੂੰ ਝੂਟੇ ਦਿੰਦੀ ਹੈ। ਕਾਬਲ ਤੇ ਜਬ ਚਲ ਬੋ ਲਾਗੈ, ਪਲਨੇ ਪਰ ਨਿਜ ਸੁਤ ਕੋ ਤਿਆਗੈ। ਜਦੋਂ ਕਾਬਲ ਤੋਂ ਇੱਧਰ ਨੂੰ ਆਉਂਦੀ ਹੈ ਤੇ ਆਉਣ ਲੱਗਿਆ ਉਹ ਪੰਘੂੜੇ ਦੇ ਵਿੱਚ ਆਪਣੇ ਬੱਚੇ ਨੂੰ ਪਾ ਦਿੰਦੀ। ਕਰਤੀ ਕਾਰ ਪਸਾਰੈ ਕਰ ਕੋ, ਸ਼ਕਤ ਸਮੇਤ ਝੁਲਾਵਣ ਕਰ ਕੋ। ਸੇਵਾ ਕਰਦਿਆਂ ਕਰਦਿਆਂ ਇਸ ਕਰਕੇ ਉਹ ਹੱਥ ਨੂੰ ਪਸਾਰਦੀ ਹੈ। ਜਦੋਂ ਵੀ ਉਹ ਹਿਲਦਾ ਹੈ ਜਾਂ ਰੋਂਦਾ ਹੈ ਤੇ ਫਿਰ ਆਪਣੀ ਸ਼ਕਤੀ ਦੇ ਨਾਲ ਇੱਥੋਂ ਹੀ ਆਪਣੇ ਬੱਚੇ ਦੇ ਪੰਘੂੜੇ ਨੂੰ ਉਹ ਝੂਟਾ ਦੇ ਦਿੰਦੀ। ਇਸ ਥਲ ਤੇ ਨਿਜ ਪੁੱਤਰ ਲੜਾਵੇ, ਸਹਿਤ ਪ੍ਰੇਮ ਕੇ ਕਾਰ ਕਮਾਵੇ। ਗੁਰੂ ਜੀ ਕਹਿੰਦੇ ਨੇ ਕਿ ਇਸ ਜਗ੍ਹਾ ਤੇ ਰਹਿ ਕੇ ਹੀ ਉਹ ਜਿਹੜੀ ਬੀਬੀ ਹੈ ਆਪਣੇ ਪੁੱਤਰ ਨੂੰ ਲਾਡ ਲਡਾਉਂਦੀ ਹੈ, ਉਸ ਨੂੰ ਖਿਡਾਉਂਦੀ ਹੈ। ਕਹਿੰਦੇ ਨੇ ਕਿ ਇਸ ਤਰੀਕੇ ਦੇ ਨਾਲ ਉਹ ਕਰਦੀ ਹੈ। ਸਹਿਤ ਪ੍ਰੇਮ ਕੇ ਕਾਰ ਕਮਾਵੇ, ਔਰ ਦੂਸਰੀ ਤਰਫ ਪ੍ਰੇਮ ਦੇ ਨਾਲ ਉਹ ਸੇਵਾ ਵੀ ਕਰਦੀ। ਨਿਸਮੈ ਕਰ ਕੋ ਜਾਏ ਸੰਭਾਰੈ, ਸੁਤ ਪਤ ਸੋ ਮਿਲ ਆਨੰਦ ਤਾਰੈ। ਕਹਿੰਦੇ ਨੇ ਕਿ ਰਾਤ ਨੂੰ ਘਰ ਚਲੀ ਜਾਂਦੀ ਹੈ, ਜਾ ਕੇ ਘਰ ਨੂੰ ਸੰਭਾਲਦੀ ਹੈ, ਆਪਣੇ ਪੁੱਤਰ ਨੂੰ ਸੰਭਾਲਦੀ ਹੈ, ਆਪਣੇ ਪਤੀ ਦੀ ਸੇਵਾ ਕਰਦੀ ਹੈ ਔਰ ਆਨੰਦ ਦੇ ਨਾਲ ਰਹਿੰਦੀ। ਪਾਤੀ ਬ੍ਰਤ ਸਮ ਨਹੀਂ ਧਰਮ ਔਰ ਤ੍ਰਿਆ, ਜਿਸ ਤੇ ਮਹਾ ਸ਼ਕਤ ਧਾਰਤ ਹਿਆ। ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਪਤੀ ਬ੍ਰਤਾ ਧਰਮ ਧਾਰਨ ਕਰਨ ਵਰਗਾ ਇਸਤਰੀ ਦਾ ਹੋਰ ਕੋਈ ਵੀ ਕਰਮ ਨਹੀਂ ਹੈ। ਭਾਵ ਕਿ ਜਿਹੜੀ ਔਰਤ ਹੈ ਉਸ ਦਾ ਸਾਰਿਆਂ ਤੋਂ ਵੱਡਾ ਇਹ ਧਰਮ ਹੈ ਕਿ ਉਹ ਪਤੀ ਬ੍ਰਤਾ ਇਸਤਰੀ ਹੋਵੇ, ਆਪਣੀ ਪਤੀ ਦੀ ਆਗਿਆ ਦੇ ਵਿੱਚ ਚੱਲਣ ਵਾਲੀ ਹੋਵੇ। ਜਿਸ ਤੇ ਮਹਾ ਸ਼ਕਤ ਧਾਰਤ ਹੀ ਹੈ। ਕਹਿੰਦੇ ਨੇ ਕਿ ਜਿਹੜੀ ਵੀ ਔਰਤ ਆਪਣੇ ਪਤੀ ਦੀ ਸੇਵਾ ਕਰਦੀ ਹੈ ਉਹਦੇ ਵਿੱਚ ਸ਼ਕਤੀਆਂ ਆਪਣੇ ਆਪ ਆ ਜਾਂਦੀਆਂ ਨੇ। ਇਸ ਤਰ੍ਹਾਂ ਦੀ ਔਰਤ ਨੂੰ ਹੋਣਾ ਚਾਹੀਦਾ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਸਾਖੀ ਆਉਂਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਹੜੀ ਸਾਖੀ ਹੈ ਉਹ ਸ਼ੁਰੂ ਕਰਦੇ ਨੇ ਬਾਬਾ ਫਰੀਦ ਜੀ ਤੋਂ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਆਪਣੇ ਉਪਦੇਸ਼ ਦੇ ਵਿੱਚ ਕਹਿੰਦੇ ਨੇ, ਬਾਬਾ ਫਰੀਦ ਜੀ ਜੰਗਲ ਦੇ ਵਿੱਚ ਬੈਠ ਕੇ ਭਗਤੀ ਕਰ ਰਹੇ ਸਨ। ਕਰਦਿਆਂ ਕਰਦਿਆਂ ਭਗਤੀ ਇੰਨੀ ਜ਼ਿਆਦਾ ਸ਼ਕਤੀ ਆ ਗਈ, ਭਗਤੀ ਦੇ ਨਾਲ ਚਿੜੀਆਂ ਰੌਲਾ ਪਾਉਂਦੀਆਂ ਸਨ। ਗੁੱਸੇ ਹੋ ਕੇ ਚਿੜੀਆਂ ਨੂੰ ਕਹਿੰਦੇ ਨੇ, ਚਿੜੀਓ ਮਰ ਜਾਓ। ਚਿੜੀਆਂ ਮਰ ਗਈਆਂ। ਫਿਰ ਚਿੜੀਆਂ ਨੂੰ ਆਖਿਆ, ਚਿੜੀਓ ਜੀਉ ਪਾਓ, ਤੇ ਚਿੜੀਆਂ ਜਿਉਂਦਿਆਂ ਹੋ ਗਈਆਂ। ਬਾਬਾ ਫਰੀਦ ਜੀ ਨੇ ਸੋਚਿਆ ਕਿ ਕੰਮ ਤੇ ਪੂਰਾ ਹੋ ਗਿਆ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਹੀ ਚੀਜ਼ਾਂ ਜਿਹੜੀਆਂ ਨੇ ਇਹ ਭਗਤੀ ਦੇ ਮਾਰਗ ਤੋਂ ਖੁੰਝਾ ਦਿੰਦੀਆਂ ਨੇ, ਦੂਰ ਲੈ ਜਾਂਦੀਆਂ ਨੇ ਮਨੁੱਖ ਨੂੰ। ਫਰੀਦ ਜੀ ਨੇ ਸਮਝਿਆ ਜੋ ਮੈਂ ਕਰਨਾ ਸੀ ਉਹ ਤੇ ਕਰ ਲਿਆ। ਮੇਰੇ ਆਖਣ ਦੇ ਨਾਲ ਕੋਈ ਮਰ ਸਕਦਾ ਹੈ, ਮੇਰੇ ਆਖਣ ਦੇ ਨਾਲ ਕੋਈ ਜਿਉਂਦਾ ਹੋ ਸਕਦਾ ਹੈ। ਭਗਤੀ ਪੂਰੀ ਹੋ ਗਈ। ਫਰੀਦ ਜੀ ਨੇ ਸੋਚਿਆ, ਚੱਲ ਪਏ ਜੰਗਲ ਤੋਂ। ਚਲਦਿਆਂ ਚਲਦਿਆਂ ਰਸਤੇ ਦੇ ਵਿੱਚ ਆ ਰਹੇ ਸਨ। ਰਸਤੇ ਦੇ ਵਿੱਚ ਇੱਕ ਪਿੰਡ ਆ ਗਿਆ। ਪਿੰਡ ਦੇ ਵਿੱਚ ਖੂਹ ਸੀ। ਫਰੀਦ ਜੀ ਨੂੰ ਲੱਗੀ ਪਿਆਸ ਤੇ ਕੀ ਦੇਖਦੇ ਨੇ, ਖੂਹ ਦੇ ਲਾਗੇ ਜਦੋਂ ਗਏ ਤੇ ਇੱਕ ਬੀਬੀ ਭਾਂਡਾ ਭਰ ਕੇ ਪਾਣੀ ਦਾ ਥੱਲੇ ਡੋਲਦੀ ਜਾ ਰਹੀ ਹੈ। 2-4 ਮਿੰਟ ਦੇਖਦੇ ਰਹੇ ਕਿ ਕੀ ਕਰਦੀ ਹੈ। ਜਦੋਂ ਵੀ ਉਹ ਭਾਂਡਾ ਕੱਢਦੀ ਹੈ ਖੂਹ ਦੇ ਵਿੱਚੋਂ ਬਾਹਰ ਡੋਲ ਦਿੰਦੀ ਹੈ, ਜਦੋਂ ਵੀ ਕੱਢਦੀ ਹੈ ਬਾਹਰ ਡੋਲ ਦਿੰਦੀ ਹੈ। ਫਰੀਦ ਜੀ ਨੇ ਆਖਿਆ, ਬੀਬੀ ਮੈਨੂੰ ਤੇ ਲੱਗੀ ਹੈ, ਮੈਨੂੰ ਜਰਾ ਪਾਣੀ ਪਿਆ ਦਿਓ। ਉਹ ਕਹਿਣ ਲੱਗੀ, ਇਹ ਟਾਈਮ ਨਹੀਂ ਮੇਰੇ ਕੋਲ, ਮੈਂ ਤੁਹਾਨੂੰ ਪਾਣੀ ਨਹੀਂ ਪਿਆ ਸਕਦੀ। ਫੇਰ ਪਾਣੀ ਕੱਢਿਆ, ਫੇਰ ਡੋਲ ਦਿੱਤਾ, ਫੇਰ ਕੱਢਿਆ, ਫੇਰ ਡੋਲ ਦਿੱਤਾ। 5-7 ਮਿੰਟ ਇਸੇ ਤਰ੍ਹਾਂ ਲੰਘ ਗਏ। ਫਰੀਦ ਦੇ ਮਨ ਦੇ ਵਿੱਚ ਬੜਾ ਗੁੱਸਾ ਆਇਆ। ਬੇਕਾਰ ਦੇ ਵਿੱਚ ਪਾਣੀ ਡੋਲਦੀ ਜਾ ਰਹੀ ਹੈ ਔਰ ਕਹਿੰਦੀ ਹੈ ਮੇਰੇ ਕੋਲ ਟਾਈਮ ਨਹੀਂ, ਮੈਨੂੰ ਪਾਣੀ ਨਹੀਂ ਪਿਆਉਂਦੀ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਰਾ ਔਖਾ ਲੱਗਾ ਹੋਣ ਤੇ ਬੀਬੀ ਨੇ ਆਖਿਆ, ਇੱਥੇ ਚਿੜੀਆਂ ਨਹੀਂ ਨੇ ਜਿਹੜੀਆਂ ਮਰ ਜਾਣਗੀਆਂ, ਗੁਰੂ ਵਾਲੇ ਆ। ਬੜਾ ਹੈਰਾਨ ਹੋਇਆ ਕਿ ਮੈਂ ਤੇ ਜੰਗਲ ਦੇ ਵਿੱਚ ਚਿੜੀਆਂ ਨੂੰ ਮਾਰਿਆ ਤੇ ਉੱਥੇ ਜਿਵਾਇਆ, ਇਹਨੂੰ ਕਿਹਨੇ ਦੱਸ ਦਿੱਤੀਆਂ ਮੇਰੀਆਂ ਚਿੜੀਆਂ ਕਿ ਮੈਂ ਇਹ ਕੁਝ ਕੀਤਾ। ਉਸ ਵੇਲੇ ਹੱਥ ਜੋੜ ਕੇ ਫਰੀਦ ਜੀ ਨੇ ਆਖਿਆ, ਹੇ ਬੀਬੀ ਤੈਨੂੰ ਕਿਵੇਂ ਪ੍ਰਾਪਤੀ ਹੋਈ। ਔਰ ਉਸ ਵੇਲੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਬੀਬੀ ਨੇ ਇਹ ਜਵਾਬ ਦਿੱਤਾ ਕਿ ਇੱਕ ਦਿਨ ਥੋੜੀ ਜਿਹੀ ਮੈਂ ਪਤੀ ਦੀ ਸੇਵਾ ਕੀਤੀ ਹੈ, ਇਹ ਫਲ ਮੈਨੂੰ ਉਦੋਂ ਮਿਲਿਆ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ
ਬੀਬੀ ਨੇ ਆਖਿਆ ਕਿ ਜਦੋਂ ਮੇਰਾ ਵਿਆਹ ਹੋਇਆ ਮੈਂ ਸਹੁਰਿਆਂ ਦੇ ਘਰ ਆਈ, ਰਾਤ ਹੋ ਗਈ, ਸਾਰੇ ਬਾਕੀ ਪਰਿਵਾਰ ਦੇ ਮੈਂਬਰ ਸੌਂ ਗਏ। ਮੇਰਾ ਪਤੀ ਜਦੋਂ ਸੁੱਤਾ ਉੱਠਿਆ ਤੇ ਉਹਨੇ ਆਖਿਆ ਪਾਣੀ। ਮੈਂ ਪਾਣੀ ਲੈਣ ਗਈ, ਆਉਂਦਿਆਂ ਨੂੰ ਦੇਖਿਆ ਕਿ ਪਤੀ ਦੀ ਫੇਰ ਅੱਖ ਲੱਗ ਗਈ, ਉਹ ਸੌਂ ਗਿਆ। ਮੈਂ ਉਸ ਨੂੰ ਜਗਾਇਆ ਨਹੀਂ, ਮੈਂ ਸਰਾਣੇ ਪਾਣੀ ਦਾ ਗਲਾਸ ਲੈ ਕੇ ਸਾਰੀ ਰਾਤ ਖੜੀ ਰਹੀ। ਕਹਿੰਦੇ ਨੇ ਕਿ ਜਦੋਂ ਫੇਰ ਉਸ ਦੀ ਜਾਗ ਖੁੱਲੀ ਤੇ ਉਸਨੇ ਦੇਖਿਆ ਕਿ ਮੈਂ ਉਹਦੇ ਸਰਾਣੇ ਪਾਣੀ ਲੈ ਕੇ ਖੜੀ ਸੀ। ਉਹਨੇ ਪਾਣੀ ਪੀਤਾ ਤੇ ਬਹੁਤ ਜ਼ਿਆਦਾ ਮੇਰੇ ਤੇ ਖੁਸ਼ ਹੋਇਆ। ਉਹਦੀ ਇੱਕ ਪ੍ਰਸੰਨਤਾ ਦੇ ਨਾਲ ਮੇਰੇ ਵਿੱਚ ਇੰਨੀਆਂ ਸ਼ਕਤੀਆਂ ਆ ਗਈਆਂ। ਹੁਣ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨਾਲੇ ਅੱਜ ਕੱਲ ਦੀਆਂ ਬੀਬੀਆਂ ਦੇ ਬਾਰੇ ਵੀ ਪ੍ਰਮਾਣ ਦਿੰਦੇ ਨੇ। ਕਹਿੰਦੇ ਨੇ ਅੱਜ ਕੱਲ ਸਾਡੀਆਂ ਬੀਬੀਆਂ ਜੇ ਕੋਈ ਰਾਤ ਨੂੰ ਪਤੀ ਕੰਮ ਕਹਿ ਦੇਵੇ, ਪਾਣੀ ਮੰਗ ਲਵੇ, ਕਹਿੰਦੇ ਨੇ ਮੂੰਹ ਘੁੱਟਦੀਆਂ ਨੇ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਦੋਂ ਸਾਰੀ ਦੁਨੀਆ ਦੇ ਨਾਲੋਂ ਰਿਸ਼ਤਾ ਟੁੱਟ ਕੇ ਜੁੜ ਜਾਂਦਾ ਹੈ ਪਤੀ ਦੇ ਨਾਲ, ਫਿਰ ਉਹਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਮੇਰਾ ਸਿਰਫ ਕਹਿਣ ਤੋਂ ਭਾਵ ਇਹ ਹੈ ਕਿ ਹੁਣ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਪਤੀ ਬ੍ਰਤਾ ਧਰਮ ਦੇ ਵਰਗਾ ਹੋਰ ਕੋਈ ਵੀ ਦੁਨੀਆ ਦੇ ਉੱਤੇ ਵੱਡਾ ਧਰਮ ਨਹੀਂ। ਇਸਤਰੀ ਦਾ ਸਾਰਿਆਂ ਤੋਂ ਵੱਡਾ ਧਰਮ ਹੈ ਪਤੀ ਦੀ ਸੇਵਾ ਕਰਨੀ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਬੀਬੀ ਦੇ ਵਿੱਚ ਸ਼ਕਤੀਆਂ ਨੇ, ਉਹ ਸ਼ਕਤੀਆਂ ਦੇ ਜ਼ੋਰ ਦੇ ਨਾਲ ਆ ਜਾਂਦੀ ਹੈ, ਸ਼ਕਤੀਆਂ ਦੇ ਜ਼ੋਰ ਦੇ ਨਾਲ ਚਲੀ ਜਾਂਦੀ। ਪਤੀ ਬਰਤਾ ਪੂਰਬ ਪੀਦਾਰਾ, ਜਿਨ ਕੀਨਸ 10 ਦਿਨ ਅੰਧਿਆਰਾ। ਸਿੱਖ ਬੀਬੀ ਦੀ ਸਾਖੀ ਨੂੰ ਸੁਣ ਕੇ ਬਹੁਤ ਜ਼ਿਆਦਾ ਹੈਰਾਨ ਹੋਏ ਤੇ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਪਤੀ ਬ੍ਰਤਾ ਧਰਮ ਦੀ ਧਾਰਨੀ ਇੱਕ ਹੋਰ ਔਰਤ ਦੀ ਜੇਕਰ ਮੈਂ ਤੁਹਾਨੂੰ ਗੱਲ ਸੁਣਾਵਾਂ ਤੇ ਤੁਸੀਂ ਹੋਰ ਵੀ ਜ਼ਿਆਦਾ ਹੈਰਾਨ ਹੋ ਜਾਓਗੇ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਇਤਿਹਾਸ ਦੇ ਵਿੱਚ ਇੱਕ ਐਸੀ ਵੀ ਬੀਬੀ ਹੋ ਚੁੱਕੀ ਹੈ ਪਤੀ ਬ੍ਰਤਾ ਧਰਮ ਦੀ ਧਾਰਨੀ, ਜਿਨੇ ਕਹਿੰਦੇ ਨੇ ਕਿ 10 ਦਿਨ ਸੂਰਜ ਨਹੀਂ ਸੀ ਚੜ੍ਹਨ ਦਿੱਤਾ। 10 ਦਿਨਾਂ ਤੱਕ ਦੁਨੀਆ ਦੇ ਉੱਤੇ ਹਨੇਰਾ ਹੀ ਰਿਹਾ। ਗੁਰੂ ਜੀ ਕਹਿੰਦੇ ਨੇ ਇੱਕ ਐਸੀ ਵੀ ਬੀਬੀ ਹੋ ਚੁੱਕੀ। ਸੂਰਜ ਉਦੈ ਹੋਣ ਨਹੀਂ ਦਿਓ, ਸ਼ਕਤ ਮਹਾਬਲ ਏਤਕ ਥਇਓ। ਉਸ ਬੀਬੀ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇੰਨੀਆਂ ਸ਼ਕਤੀਆਂ ਸਨ ਕਿ ਉਹਨੇ 10 ਦਿਨਾਂ ਤੱਕ ਸੂਰਜ ਨੂੰ ਰੋਕ ਛੱਡਿਆ ਸੀ, ਸੂਰਜ ਨੂੰ ਚੜ੍ਹਨ ਨਹੀਂ ਸੀ ਦਿੱਤਾ। ਦੁਨੀਆ ਦੇ ਉੱਤੇ 10 ਦਿਨ ਹਨੇਰਾ ਹੀ ਪਸਰਿਆ ਰਿਹਾ। ਸੁਣ ਸੰਗਤ ਨੇ ਬੂਝੀ ਕਥਾ, ਸ੍ਰੀ ਗੁਰ ਭਾਨੋ ਪ੍ਰਥਮ ਭਈ ਜਥਾ। ਸੁਣ ਕੇ ਸੰਗਤ ਨੇ ਫਿਰ ਹੱਥ ਜੋੜੇ ਤੇ ਕਹਿਣ ਲੱਗੇ ਸੱਚੇ ਪਾਤਸ਼ਾਹ ਕਿਰਪਾ ਕਰਕੇ ਫਿਰ ਇਹ ਵੀ ਸਾਖੀ ਤੁਸੀਂ ਸੁਣਾ ਦਿਓ ਕਿ ਕਿਸ ਤਰ੍ਹਾਂ ਇਹ ਸਾਖੀ ਵਾਪਰੀ। ਸੁਣ ਸ੍ਰੀ ਅਮਰਦਾਸ ਤਬ ਕਹਿਓ, ਇੱਕ ਮੁਨੀ ਮਾਂਡਵ ਤਪ ਕਰ ਰਹਿਓ। ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਬਹੁਤ ਜ਼ਿਆਦਾ ਪੁਰਾਣੇ ਸਮੇਂ ਦੀ ਗੱਲ ਹੈ ਕਿ ਜੰਗਲ ਦੇ ਵਿੱਚ ਇੱਕ ਮਾਂਡਵ ਨਾਂ ਦਾ ਮੁਨੀ ਵੱਡਾ ਤਪ ਕਰ ਰਿਹਾ ਸੀ। ਤਸ ਕਰ ਨਿਪਕੀ ਕਰੀ ਸਤੇਈ, ਚਲੇ ਜਾਤ ਰਿਖ ਦੇਖਤ ਤੇਈ। ਕਹਿੰਦੇ ਨੇ ਕਿ ਜੰਗਲ ਦੇ ਵਿੱਚ ਬੈਠ ਕੇ ਸਮਾਧੀ ਲੀਨ ਹੋ ਕੇ ਤਪ ਕਰ ਰਿਹਾ ਸੀ ਮਾਂਡਵ ਨਾਂ ਦਾ ਮੁਨੀ। ਕਹਿੰਦੇ ਨੇ ਕਿ ਦੂਸਰੇ ਪਾਸੇ ਚੋਰਾਂ ਨੇ ਰਾਜੇ ਦੀ ਚੋਰੀ ਕੀਤੀ ਤੇ ਚੋਰੀ ਦਾ ਧਨ ਮਾਲ ਲੈ ਕੇ ਉਹ ਜੰਗਲ ਦੇ ਵਿੱਚ ਦੀ ਜਾ ਰਹੇ ਸਨ ਲੰਘਦੇ ਹੋਏ, ਔਰ ਉਹਨਾਂ ਨੇ ਇਸ ਰਿਖੀ ਨੂੰ ਬੈਠਿਆ ਹੋਇਆ ਦੇਖਿਆ। ਏਕ ਹਾਰ ਬਹੁ ਮੋਲ ਹੋ ਤੋ ਜਿਹ, ਰਿਖ ਕੋ ਜਾਣ ਅਰਪ ਦੀਨਸ ਤਿਹ। ਜਦੋਂ ਲਾਗੋਂ ਦੀ ਲੰਘਣ ਲੱਗੇ ਰਿਖੀ ਦੇ ਚੋਰ ਤੇ ਚੋਰਾਂ ਨੇ ਸੋਚਿਆ ਕਿ ਵੱਡਾ ਮਾਲ ਧਨ ਹੱਥ ਲੱਗਿਆ, ਇਹ ਸਾਧੂ ਬੰਦਗੀ ਕਰ ਰਿਹਾ ਤੇ ਥੋੜਾ ਜਿਹਾ ਧਨ ਮਾਲ ਇਹਦੇ ਅਰਪਣ ਕਰ ਦਈਏ, ਹੋ ਸਕਦਾ ਸਾਡੀ ਚੋਰੀ ਸਾਨੂੰ ਫੜ ਜਾਵੇ, ਅਸੀਂ ਨਾ ਫੜੇ ਜਾਈਏ। ਇਸ ਗੱਲ ਨੂੰ ਜਾਣ ਕੇ ਬਹੁਤ ਵੱਡ ਮੁੱਲਾ ਕੀਮਤੀ ਹਾਰ ਉਹਨਾਂ ਨੇ ਉਸ ਮਾਨਵ ਰਿਖੀ ਦੇ ਗਲ ਦੇ ਵਿੱਚ ਪਾ ਦਿੱਤਾ। ਤੇ ਮਾਨਵ ਮੁਨੀ ਤੇ ਤਪੱਸਿਆ ਦੇ ਵਿੱਚ ਲੀਨ ਸੀ, ਉਹ ਤੇ ਸਮਾਧੀ ਦੇ ਵਿੱਚ ਲੀਨ ਸੀ। ਉਹਨੂੰ ਨਹੀਂ ਪਤਾ ਲੱਗਾ ਕਿ ਕਿਸੇ ਨੇ ਮੇਰੇ ਗਲ ਦੇ ਵਿੱਚ ਕੋਈ ਹਾਰ ਪਾ ਦਿੱਤਾ। ਤਸ ਕਰ ਗਏ ਆਪਣੇ ਸਦਨ, ਬੈਠਿਓ ਮੁਨੀ ਸਮਾਧੈ ਮਗਨ। ਚੋਰ ਆਪਣੇ ਘਰਾਂ ਦੇ ਵਿੱਚ ਪਹੁੰਚ ਗਏ ਤੇ ਦੂਸਰੇ ਪਾਸੇ ਮਾਨਵ ਜਿਹੜਾ ਰਿਸ਼ੀ ਸੀ, ਜਿਹੜਾ ਮੁਨੀ ਸੀ, ਉਹ ਸਮਾਧੀ ਦੇ ਵਿੱਚ ਮਗਨ ਨੇ। ਇਤਨੇ ਮੇ ਨਿਪ ਕੇ ਭਾਟੇ ਆਏ, ਦੇਖ ਹਾਰ ਮਨ ਗਹਿ ਉਠਾਏ। ਇੰਨੇ ਚਿਰ ਨੂੰ ਰਾਜੇ ਦੇ ਜਿਹੜੇ ਸਿਪਾਹੀ ਸਨ ਉਹ ਉੱਥੇ ਪਹੁੰਚ ਗਏ। ਉਹ ਕੀ ਦੇਖਦੇ ਨੇ
कि एक ऋषि बैठा होया चौंकड़ा ला के ते गल दे विच उहने हार पाया, राजे दा कीमती हार। उस वेले कहंदे ने कि देख के हार उन्हां ने फड़ लिया मुनि नूं। कह बहु रहे न मानी काहू, तस कर लख सूली दिया ताहू। मुनि मांडव ने बड़ा आख्या कि मैं चोर नहीं हाँ, मैनू ते पता भी नहीं कि मेरे गल दे विच कोई हार पा गया। पर कहंदे ने किसी ने कोई दाद फरियाद ना सुनी। कहंदे ने ना उसदी सुनी गई, एक भी गल मुनि दी ना मन्नी, चोर समझ के दोष ला के फिर कहंदे ने उहनूं सूली दे उत्ते चाढ़ दिता। तप के बल कर मरियो ना सो, धर्म राय सो क्रोधित हो। मानव मुनि दा तप इन्ना वड्डा सी, बली इन्ना ज्यादा सी, सूली ते टंग दिता उसनूं, पर कहंदे ने तप दे प्रभाव दे नाल ओहदी जान नहीं निकलदी, भाव के ओह मरदा नहीं है। धर्म राय सो क्रोधित हो, सगों गुस्से दे विच आण के उसने धर्म राजे नूं क्रोध दे नाल बोलिया, एह अन्याय करियो मति मंद, तुझको दैहों श्राप बिलंद। बड़े गुस्से दे नाल धर्मराज नूं ओह मानव मुनि कहंदा है कि हे खोटी बुद्ध वालिया, तू बहुत वड्डा अन्याय कीता है, ये धर्म दी गल नहीं कीती, तू बहुत वड्डा अन्याय कीता है, मैं तेनू बहुत वड्डा श्राप देंगा। धर्मराज नूं उसने कह दिता। सागरी यार बला तप तायो, बिन अग सूली मोहे चढ़ायो। क्योंकि उसदी बिरती सी शेर वाली, एक बिरती हुंदी है कुत्ते वाली। इतिहासां दे विच प्रमाण हुंदे आ कि जेकर तुसीं कुत्ते नूं मारो ना सोटी, कुत्ता जिहड़ा है ना वो सोटी नूं चख मारदा है, ओनू ये नहीं पता कि सोटी नहीं मैनू मारी, ये बंदा मारिया। पर शेर दे जदों भी कदे वार कीता जावे, हथियार ते वार नहीं करदा, वो मारन वाले ते वार करदा है। हुण भावें कि राजे दे कर्मचारी ने जां राजे ने सूली ते टंगिया उसनूं, पर उन्हें उन्हां दा कोई दोष नहीं मन्निया। उन्हें धर्मराज नूं आख्या कि दरअसल पिछों काम तेरा है। धर्मराजे नूं कहंदा है कि मैं ते सारी उम्र तपस्या ही कीती है, मैं ते कोई पाप नहीं कीता, ते बगैर ही पाप करन तो तू मैनूं सूली दी सजा दे दित्ती। जम तब आए मुनि सो कहियो, पूरब कर्म केर फल लहियो। धर्म राजा साक्षात रूप दे विच प्रगट हो गया मुनि दे सामने, और मुनि दे सामने हाथ जोड़ के कहन लगा, मुनि जी ये इस जन्म दी सजा नहीं दित्ती तुहानूं, ये तुहाडा कोई पिछे कीता होया जिहड़ा माड़ा कर्म है ना, वो सामने आया है, ये उहदा फल मिलिया। इस जन्म च तुसीं तपस्या कर रहे हो, ये मैं मनदा हां, पर पुराने समय दे विच तुसीं पाप कीता तां तुहानूं सूली ते टंगिया गया। और मानव मुनि दस्सिया जांदा है कि इन्ना ज्यादा शक्तियां दा मालक सी, उन्हें अपने पिछले जन्मां दे बारे विचार के देखिया, पिछले जन्मां दे वल झाती मारी, 100 जन्म उस दे बगैर पाप कीते तो लंघे सन। पिछले 100 जन्मां दे विच भी उसने कोई पाप नहीं सी कीता। धर्मराज नूं कहन लगा 100 जन्म मैं लगा दिते ने, कोई पाप नहीं कीता। ते उस वेले फिर धर्मराज ने कहा नहीं, 100 जन्म पिछले तू पाप नहीं कीता, पर उस तो एक जन्म पिछे जा, फिर तेनू पता लगेगा। पर उहदे विच समर्था इन्नी सी, अपने पिछले 100 जन्मां नूं जान सकदा सी, उदों एक भी जन्म पिछे नहीं सी जा सकदा। धर्मराजा कहंदा है कि उदों दी गल है, उदों भी पिछे जिहड़ा कर्म कीता है। धर्मराजा दसदा है कि की पाप कीता है। आर बला बालक मैं तरी, सूल संग प्रेड़ बेदन करी। मानव मुनि नूं कहंदा है कि तू छोटा जिहा बच्चा सी, ते तू उस वेले ये पाप कीता कि तू उस वेले कंडे दे नाल एक अक दे टिड्डे नूं इसे तरह टंगिया सी कंडे दे उत्ते, इस करके तेनू सूली दे उत्ते चाढ़िया। तिस ते सूली तो को होई, सुन मुन बोलियो न्याय ना कोई। ते आख्या कि तेनू उस पाप दी सजा मिली है। उस वेले मानव मुनि कहन लगा, न्याय ना कोई। धर्म राजा ये भी तेरा कोई न्याय नहीं है, ये कोई न्याय दी गल नहीं है। कहन लगा क्यों नहीं न्याय दी गल, तू पाप कीता, उस टिड्डे नूं सूल दे उत्ते टंगिया ते तेनू ते सूली मिलनी चाहिदी सी। मानव मुनि कहन लगा नहीं, ये न्याय दी गल नहीं। कहंदा बालक बै सुध बिन जब रह, करै कर्म किम तेह फल रह। कहंदे ने जिहड़ा छोटा बच्चा हुंदा है
ਉਹਨੂੰ ਤੇ ਪਤਾ ਹੀ ਨਹੀਂ ਹੁੰਦਾ ਪਾਪ ਕੀ ਹੈ ਪੁੰਨ ਕੀ ਹੈ। ਉਹਨੂੰ ਤੇ ਚੰਗੇ ਮਾੜੇ ਦੀ ਪਛਾਣ ਨਹੀਂ ਹੁੰਦੀ, ਸੋਝੀ ਨਹੀਂ ਹੁੰਦੀ ਇੰਨੀ। ਤੇ ਜੇਕਰ ਬਾਲਕ ਕੋਈ ਪਾਪ ਅਚਨਚੇਤ ਨਾ ਸਮਝੀ ਦੇ ਵਿੱਚ ਕਰ ਵੀ ਦਿੰਦਾ ਹੈ ਤੇ ਕਹਿੰਦੇ ਨੇ ਕਿਉਂ ਉਸ ਨੂੰ ਮਾੜਾ ਫਲ ਮਿਲਣਾ ਚਾਹੀਦਾ? ਬਿਲਕੁਲ ਨਹੀਂ ਮਿਲਣਾ ਚਾਹੀਦਾ। ਧਰਮ ਰਾਜੇ ਨੂੰ ਕਹਿਣ ਲੱਗਾ, ਮਾਨਵ ਮੁਨੀ ਮੈਂ ਤੇਰੇ ਨਿਆਂ ਨੂੰ ਨਹੀਂ ਮੰਨਦਾ। ਇਹ ਬਿਲਕੁਲ ਗਲਤ ਗੱਲ ਹੈ। ਬੱਚੇ ਨੂੰ ਪਤਾ ਹੀ ਨਹੀਂ ਹੁੰਦਾ ਮੈਂ ਬੱਚਾ ਸਾਂ ਤੇ ਮੈਂ ਉਸ ਨੂੰ ਇੱਕ ਖੇਡ ਬਣਾ ਕੇ ਅੱਕ ਦੇ ਟਿੱਡੇ ਨੂੰ ਸੂਲ ਤੇ ਟੰਗਿਆ, ਪਰ ਉਸ ਦੀ ਸਜ਼ਾ ਮੈਨੂੰ ਨਹੀਂ ਮਿਲਣੀ ਚਾਹੀਦੀ। ਕਰੋ ਮਰਿਆਦ ਆਜ ਤੇ ਐਸੀ, ਧਰਮ ਰਾਏ ਮੈਂ ਪਾਖੋਂ ਜੈਸੀ। ਮਾਨਵ ਮੁਨੀ ਕਹਿਣ ਲੱਗਾ, ਹੇ ਧਰਮ ਰਾਜਾ ਅੱਜ ਤੋਂ ਇਹ ਮਰਿਆਦਾ ਤੈਨੂੰ ਬਦਲਣੀ ਪਵੇਗੀ, ਇਹ ਕਾਨੂੰਨ ਕਾਇਦਾ ਬਦਲਣਾ ਪਵੇਗਾ। ਕਹਿੰਦੇ ਨੇ ਕਿ ਅੱਜ ਤੋਂ ਮਰਿਆਦਾ ਬਦਲ ਦੇ, ਜਿਸ ਤਰ੍ਹਾਂ ਦੀ ਮੈਂ ਮਰਿਆਦਾ ਕਹਿਣਾ ਉਦਾਂ ਦੀ ਮਰਿਆਦਾ ਕਾਇਮ ਕਰ। ਅੱਜ ਤੋਂ ਬਾਅਦ ਕਦੇ ਵੀ ਨਾ ਸਮਝੀ ਦੇ ਵਿੱਚ ਜਿਹੜਾ ਕੀਤਾ ਹੋਇਆ ਪਾਪ ਹੈ ਉਹਦਾ ਦੰਡ ਨਹੀਂ ਮਿਲ ਸਕਦਾ, ਔਰ ਜਿਹੜਾ ਜਾਣਬੁੱਝ ਕੇ ਕਰੇਗਾ ਉਹਦਾ ਦੰਡ ਮਿਲੇਗਾ। ਮੈਂ ਤੈਨੂੰ ਕਹਿਣਾ ਇਸ ਤਰ੍ਹਾਂ ਦੀ ਮਰਿਆਦਾ ਕਾਇਮ ਕਰ। ਬਾਲਕ ਬਹਿ ਹੋਏ ਨਾ ਸੁਧ ਮਾਹੀ, ਕਰੈ ਕਰਮ ਫਲ ਪਾਏ ਸੁਨਾਹੀ। ਅੱਜ ਤੋਂ ਇਹ ਮਰਿਆਦਾ ਬੰਨ ਦੇ। ਜਦੋਂ ਬੱਚੇ ਦੀ ਛੋਟੀ ਉਮਰ ਹੁੰਦੀ ਹੈ ਉਹਨੂੰ ਚੰਗੇ ਮਾੜੇ ਦੀ ਪਾਪ ਪੁੰਨ ਦੀ ਸੋਝੀ ਨਹੀਂ ਹੁੰਦੀ। ਇਸ ਕਰਕੇ ਕਹਿੰਦੇ ਨੇ ਕਿ ਬੱਚਾ ਜੇਕਰ ਵੱਡਾ ਪਾਪ ਵੀ ਕਰ ਦੇਵੇ ਤੇ ਉਸ ਨੂੰ ਕਦੇ ਵੀ ਪਾਪ ਦੀ ਸਜ਼ਾ ਕਿਸੇ ਵੀ ਜਨਮ ਦੇ ਵਿੱਚ ਨਹੀਂ ਮਿਲਣੀ ਚਾਹੀਦੀ। ਅੱਜ ਤੋਂ ਇਸ ਤਰ੍ਹਾਂ ਦੀ ਮਰਿਆਦਾ ਬਣ। ਮਾਨਵ ਮੁਨੀ ਨੇ ਆਖਿਆ, ਮੁਨ ਮਾਂਡ ਵਸੂਲੀ ਪਰ ਰਹਿਓ, ਇੱਕ ਪ੍ਰਤੀਬ੍ਰਤਾ ਤਾਹਿ ਨਾ ਲਹਿਓ। ਹੁਣ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਸੁਣਾ ਰਹੇ ਨੇ ਸਾਖੀ। ਉਸ ਵੇਲੇ ਕਹਿੰਦੇ ਨੇ ਧਰਮ ਰਾਏ ਤੇ ਮੁੜ ਗਿਆ, ਪਰ ਮਾਨਵ ਮੁਨੀ ਦਾ ਤਪ ਦਾ ਪ੍ਰਭਾਵ ਇੰਨਾ ਸੀ ਉਹ ਸੂਲੀ ਤੇ ਚੜਿਆ ਵੀ ਨਾ ਮਰਿਆ। ਕਹਿੰਦੇ ਨੇ ਕਿ ਸੂਲੀ ਦੇ ਉੱਤੇ ਲਟਕਦਾ ਰਿਹਾ। ਕਹਿੰਦੇ ਨੇ ਕਿ ਇੰਨੇ ਚਿਰ ਨੂੰ ਕੋਈ ਪਤੀਵ੍ਰਤਾ ਧਰਮ ਧਾਰਨ ਕਰਨ ਵਾਲੀ ਇਸਤਰੀ ਉੱਥੇ ਪਹੁੰਚ ਗਈ, ਔਰ ਉਸਨੇ ਸੂਲੀ ਤੇ ਟੰਗਿਆ ਹੋਇਆ ਮਾਨਵ ਮੁਨੀ ਨੂੰ ਨਹੀਂ ਦੇਖਿਆ। ਪਿੰਗਲ ਪਤ ਕੋ ਸੀਸ ਉਠਾਏ, ਚਲਤਿਓ ਸੂਲੀ ਸੰਗ ਲਗਾਏ। ਉਹ ਆਪਣੇ ਪਿੰਗਲੇ ਪਤੀ ਨੂੰ ਸਿਰ ਦੇ ਉੱਤੇ ਚੁੱਕ ਕੇ ਤੁਰੀ ਹੁੰਦੀ ਸੀ, ਔਰ ਇਹ ਮਾਨਵ ਮੁਨੀ ਰਸਤੇ ਦੇ ਵਿੱਚ ਸੂਲੀ ਦੇ ਉੱਤੇ ਚੜਿਆ ਹੋਇਆ ਸੀ, ਪਰ ਕਹਿੰਦੇ ਨੇ ਉਸਨੇ ਨਾ ਦੇਖਿਆ। ਚਲਤਿਓ ਸੂਲੀ ਸੰਗ ਲਗਾਏ। ਜਦੋਂ ਲਾਗੋਂ ਦੀ ਲੰਘਣ ਲੱਗੀ, ਹਨੇਰਾ ਸੀ ਤੇ ਉਹਦਾ ਜਿਹੜਾ ਪਤੀ ਸੀ ਨਾ ਥੋੜਾ ਜਿਹਾ ਟੱਚ ਕਰ ਗਿਆ, ਥੋੜਾ ਜਿਹਾ ਛੋ ਗਿਆ ਮਾਨਵ ਮੁਨੀ ਦੇ ਸਰੀਰ ਨੂੰ। ਤੇ ਤੁਸੀਂ ਜਾਣਦੇ ਹੋ ਕਿ ਜਦੋਂ ਇਸ ਤਰ੍ਹਾਂ ਸੂਲੀ ਦੇ ਨਾਲ ਕੋਈ ਵਿੰਨਿਆ ਪਿਆ ਹੋਵੇ ਤੇ ਜਦੋਂ ਮਾੜਾ ਜਿਹਾ ਵੀ ਹਿੱਲੇ ਤੇ ਕਿੰਨਾ ਦੁੱਖ ਲੱਗਦਾ। ਜਦੋਂ ਲਾਗੋਂ ਦੀ ਉਹ ਖਹਿ ਕੇ ਲੰਘੀ ਤੇ ਉਸ ਵੇਲੇ ਕਹਿੰਦੇ ਨੇ ਕਿ ਸੂਲੀ ਤੇ ਚੜਿਆ ਹੋਇਆ ਸੀ ਮਾਨਵ ਮੁਨੀ, ਉਸ ਨੂੰ ਬਹੁਤ ਜ਼ਿਆਦਾ ਦੁੱਖ ਲੱਗਾ। ਹੋ ਤੋ ਤਿਮਰ ਨਹੀਂ ਦੇਖਿਓ ਗਇਓ, ਹਲ ਕਰ ਮੁਨੀ ਦੁਖਤ ਰਿਸ ਪਇਓ। ਹਨੇਰਾ ਸੀ, ਬੀਬੀ ਦਾ ਕੋਈ ਦੋਸ਼ ਨਹੀਂ ਸੀ ਕਿ ਉਹ ਜਾਣਬੁੱਝ ਕੇ ਲਾਗੋਂ ਦੀ ਲੰਘੀ। ਕਵੀ ਜੀ ਲਿਖਦੇ ਨੇ ਹਨੇਰਾ ਬਹੁਤ ਜ਼ਿਆਦਾ ਸੀ, ਇਸ ਕਰਕੇ ਉਸ ਬੀਬੀ ਨੂੰ ਪਤਾ ਨਹੀਂ ਲੱਗ ਸਕਿਆ ਤੇ ਉਹ ਲਾਗੋਂ ਦੀ ਲੰਘੀ ਤੇ ਉਹਦਾ ਪਤੀ ਜਿਹੜਾ ਸੀ ਨਾ ਉਹ ਥੋੜਾ ਜਿਹਾ ਉਹਦੇ ਨਾਲ ਛੋ ਗਿਆ। ਤੇ ਜਦੋਂ ਮਾਨਵ ਮੁਨੀ ਹਿੱਲਿਆ, ਸੂਲੀ ਤੇ ਟੰਗਿਆ, ਉਸ ਨੂੰ ਬਹੁਤ ਜ਼ਿਆਦਾ ਦੁੱਖ ਲੱਗਾ, ਪੀੜ ਹੋਈ ਤੇ ਕਹਿੰਦੇ ਨੇ ਦੁੱਖ ਦੇ ਨਾਲ ਫਿਰ ਉਹ ਗੁੱਸੇ ਦੇ ਨਾਲ ਭਰ ਗਏ। ਦਿਓ ਸਰਾਪ ਰਵ ਉਦਤੈ ਸਾਥ, ਮਰ ਉਠਾਇਓ ਜੋ ਨਿਜ ਨਾਥ। ਮਾਨਵ ਮੁਨੀ ਨੇ ਗੁੱਸੇ ਦੇ ਨਾਲ ਉਸ ਬੀਬੀ ਨੂੰ ਉਸੇ ਵੇਲੇ ਇਹ ਸ਼ਰਾਪ ਦੇ ਦਿੱਤਾ ਹੈ ਕਿ ਜਦੋਂ ਹੀ ਸਵੇਰ ਦਾ ਸੂਰਜ ਚੜ੍ਹੇਗਾ, ਸਵੇਰ ਦੇ ਸੂਰਜ ਚੜ੍ਹਨ ਦੇ ਨਾਲ ਤੇਰਾ ਸਿਰ ਦਾ ਜਿਹੜਾ ਸਾਈਂ ਹੈ ਨਾ ਉਹ ਖਤਮ ਹੋ ਜਾਏਗਾ। ਉਸ ਵੇਲੇ ਕਹਿੰਦੇ ਨੇ ਕਿ ਮਰਿਓ ਉਠਾਇਓ ਜੋ ਨਿਜ ਨਾਥ। ਆਪਣੇ ਨਾਥ ਨੂੰ, ਆਪਣੇ ਪਤੀ ਨੂੰ ਤੂੰ ਸਿਰ ਦੇ ਉੱਤੇ ਚੁੱਕ ਕੇ ਲਿਜਾ ਰਹੀ ਹੈ, ਇਹ ਤੇਰਾ ਸਿਰ ਦਾ ਮਾਲਕ ਨਾਥ ਨਹੀਂ ਬਚੇਗਾ। ਜਦੋਂ ਇਹ ਸੂਰਜ ਚੜ੍ਹੇਗਾ ਤੇਰਾ ਸੂਰਜ ਅਸਤ ਹੋ ਜਾਏਗਾ। ਇਸ ਤਰ੍ਹਾਂ ਦਾ ਸ਼ਰਾਪ ਦੇ ਦਿੱਤਾ ਮਾਨਵ ਨੇ ਉਸ ਪਤੀਵ੍ਰਤਾ ਧਰਮ ਧਾਰਨ ਕਰਨ ਵਾਲੀ ਇਸਤਰੀ। ਸੁਣ ਪ੍ਰਤੀਵ੍ਰਤਾ ਬਹੁ ਦੁਖ ਪਾਵਾ, ਬਿਨ ਜਾਣੇ ਮੈਂ ਤੋਹੇ ਛੁਆਵਾ। ਜਦੋਂ ਸ਼ਰਾਪ ਮਿਲਿਆ ਤੇ ਉਹ ਜਿਹੜੀ ਔਰਤ ਸੀ, ਬੀਬੀ ਸੀ, ਬਹੁਤ ਹੀ ਜ਼ਿਆਦਾ ਦੁਖੀ ਹੋਈ। ਕਹਿੰਦੀ ਹੈ ਬਿਨ ਜਾਣੇ ਮੈਂ ਤੋਹੇ ਛੁਆਵਾ। ਮਾਨਵ ਮੁਨੀ ਨੂੰ ਕਹਿੰਦੀ ਹੈ ਉਹ ਔਰਤ, ਕਹਿੰਦੀ ਹੈ ਕਿ ਮੁਨੀ ਜੀ ਤੁਸੀਂ ਆਪਣਾ ਸ਼ਰਾਪ ਵਾਪਸ ਲੈ ਲਓ, ਕਿਉਂਕਿ ਮੇਰਾ ਕੋਈ ਦੋਸ਼ ਨਹੀਂ ਹੈ, ਮੈਂ ਜਾਣਬੁੱਝ ਕੇ ਤੇ ਇਹ ਕੰਮ ਨਹੀਂ ਕੀਤਾ। ਹਨੇਰਾ ਸੀ, ਮੈਨੂੰ ਤੁਸੀਂ ਦਿਸੇ ਨਹੀਂ, ਇਸ ਕਰਕੇ ਤੁਹਾਡੇ ਨਾਲ ਇਹ ਛੋ ਗਿਆ। ਤੁਸੀਂ ਆਪਣੇ ਸ਼ਰਾਪ ਨੂੰ ਵਾਪਸ ਲਓ, ਮੈਂ ਜਾਣਬੁੱਝ ਕੇ ਇਹ ਕਰਮ ਨਹੀਂ ਕੀਤਾ।
ਆਮ ਕਰਕੇ ਪ੍ਰਮਾਣ ਲਿਖੇ ਜਾਂਦੇ ਨੇ ਗ੍ਰੰਥਾਂ ਦੇ ਵਿੱਚ ਕਿ ਜਦੋਂ ਇੱਕ ਵਾਰੀ ਕਮਾਨ ਦੇ ਵਿੱਚੋਂ ਤੀਰ ਨਿਕਲ ਜਾਵੇ ਉਹ ਵਾਪਸ ਕਦੇ ਨਹੀਂ ਮੁੜਦਾ। ਮੁਨੀ ਨੇ ਵੀ ਇਹੋ ਜਵਾਬ ਦਿੱਤਾ ਕਿ ਭਾਵੇਂ ਤੂੰ ਜਾਣਬੁੱਝ ਕੇ ਛੁਹਾਇਆ ਨਾਲ, ਭਾਵੇਂ ਜਾਣਬੁੱਝ ਕੇ ਨਹੀਂ ਛੁਹਾਇਆ, ਇਹ ਤੇ ਨਿਕਲ ਚੁੱਕਾ ਤੀਰ ਹੈ, ਇਹ ਤੇ ਸਫਲ ਹੋਏਗਾ। ਜਦੋਂ ਸਵੇਰ ਹੋਏਗੀ, ਜਦੋਂ ਸੂਰਜ ਚੜੇਗਾ, ਤੇਰਾ ਪਤੀ ਮਰ ਜਾਏਗਾ। होत प्रात पत मम मर जाए, या ते नहीं सूरज निकसाए। उस बीबी ने जिहड़ी कि पतिव्रता धर्म दी धारनी सी, कहन लगी मुनि जी तुसीं फिर वाक छड्ड दिता है ना, ते फिर मैं भी एक वचन करदी हां कि जे सवेर दे सूरज चढ़न दे नाल मेरा सूरज अस्त हो जाना है, मेरा पति मर जाना है, ते कहंदी है या ते नहीं सूरज निकसाए, फिर सूरज भी कदे नहीं चढ़ेगा। जे सूरज दे चढ़न दे नाल मेरा पति मर जाना है ते कहंदी फिर सूरज नहीं चढ़ेगा। जो मेरो पत मरियो जीवावे, मार तांड को सोयुद तावे। बीबी ने आख्या अज तो बाद कदे सूरज नहीं चढ़ेगा, क्योंकि जदों सूरज चढ़िया मेरा पति मर जाएगा। मेरा पति हमेशा वास्ते जिंदा रहेगा, हमेशा वास्ते सूरज डुबिया रहेगा, कदे चढ़ेगा ही नहीं। कहती है कि ये हो सकता है कि जे मेरा सूरज चढ़न दे नाल पति मर गया ते जेड़ा फिर उसनू जिंदा कर देगा ना, फिर ये गल हो सकती। कहती है कि अज तो बाद हमेशा हनेरा रहेगा। जे कदे सूरज चढ़िया ते मेरा पति मरिया ते फिर उस सूरज दे चढ़न दे बदले मेरे पति दी जान देनी पवेगी, जेड़ा भी इसनू प्रगट करेगा। कहती है कि मारतंड नूं सूरज नूं वही प्रगट करेगा जिहदे विच इन्नी शक्ति होवेगी कि मेरे पति नूं वो जिंदा कर सके। इम प्रतिव्रता ने जब कहियो, उदियो न रावतम दाह दिश रहियो। और सतगुरु अमरदास सच्चे पातशाह जी सारी संगत नूं, सारियां सिखां नूं सुना रहे ने साखी। कहंदे ने भाई सिखो उसे तरह होया ਜਿਹੜਾ ਬੀਬੀ ਨੇ ਵਚਨ ਕੀਤਾ ਸੀ ਉਹ ਪੂਰਾ ਹੋ ਗਿਆ। ਸੂਰਜ ਚੜ੍ਹਨ ਦਾ ਸਮਾਂ ਹੋ ਗਿਆ ਪਰ ਅੱਜ ਸੂਰਜ ਨਹੀਂ ਚੜਿਆ। ਦੁਨੀਆ ਦੇ ਉੱਤੇ ਪਹਿਲੀ ਵਾਰੀ ਇਹ ਵਾਪਰਿਆ ਕਿ ਅੱਜ ਸੂਰਜ ਨਹੀਂ ਚੜਿਆ, ਸੂਰਜ ਚੜ੍ਹਨ ਦਾ ਸਮਾਂ ਹੋ ਗਿਆ। 10 दिन बीत गए इस भांति, सगरो जगत भयो बेकोलाती। सतगुरु सच्चे पातशाह जी कहते ने 10 दिन बतीत हो गए। 10 दिनां तक बीबी ने अपनी शक्ति दे नाल सूरज नूं रोक के रखिया, सूरज चढ़न ही नहीं दिता। 10 दिन दुनिया दे उत्ते सृष्टि दे उत्ते हनेरा पसरिया रहा। कहंदे ने सगरो जगत भयो बिकलाते। 10 दिनां तक जदों सूरज ना चढ़िया ते सारी दुनिया मानो कि बहुत ज्यादा व्याकुल हो गई, बहुत ज्यादा दुखी हो गई। फिर उस वेले सारे देवते इकट्ठे होए, कहंदे ने करिए कि इस बीबी दे बचन दे अगे कोई पेश नहीं जांदी। कहती है कि मैं सूरज चढ़ नहीं देना। देवतियां सारियां ने मिलकर अर्ज की, बीबी जी तुसी अपनी जिद नूं छड्ड दिओ, कह दिओ कि सूरज चढ़ जावे। कहन लगी नहीं, ये नहीं हो सकता। जेकर मानव मुनि दा निकलिया होया वचन पूरा होएगा ते मेरा वचन भी पूरा होएगा। उस वेले बहुत ज्यादा जोर लाया, अर्जां कीतियां, पर वो बीबी ना मनी। कहंदी नहीं, सवेर जे चढ़ गई, जे सूरज चढ़ गया ते मेरा ते पति मर जाएगा, इस करके मैं नहीं सूरज चढ़न देना। देवतियां दे जोर लाउण दे उत्ते भी नाम नहीं। आखिरकार हार के उन्हां सारियां ने आख्या कि चलो बीबी जी तुहाडी गल असीं मन लैने हां, जदों सूरज चढ़ेगा तुहाडा पति मर जाएगा, मानव मुनि दा दिता होया श्राप पूरा होएगा। फिर कहंदे ने जदों सूरज चढ़ के तेरा पति मर जाएगा ना ते फिर असीं सारे उस नूं जिंदा कर देंगे। तेरा पति तेरा सिर दा साईं जिउंदा रहना चाहिदा, तू सूरज नूं फड़ के की करना। बीबी मन गई, कह लगी यही ते गल मैं चाहनी है कि मेरा पति नहीं मरना चाहिए। सूरज चढ़दा ते प्या चढ़े, जे डुबिया रहिंदा ते प्या डुबिया रहे, मैनू कोई फर्क नहीं पैंदा, मेरा पति जिउंदा रहना चाहिए। तां ओह मन्नी। फिर कहंदे ने कि सूरज चढ़िया, बीबी ने अपना वचन वापस लिया, सूरज नूं चढ़न दा हुक्म दिता। सूरज चढ़िया, सवेर होण दे नाल सूरज चढ़न दे नाल मानव मुनि दा दिता होया श्राप पूरा होया। उसे वेले ओहदा पति चढ़ाई कर गया, मर गया। सर्ब सुरन तब कीन यो पाए, तिसको पत मिल दयो जिवाए। फिर सारे देवतियां ने अपनी शक्ति दे नाल उस नूं जिउंदा कर दिता।
ਏਮ ਪਤਿਵ੍ਰਤਾ ਬਿਖੈ ਬਹੁ ਬਲ ਹੈ, ਧਾਰੇ ਸ਼ਕਤ ਗਮਨੇ ਸਭ ਥਲ ਹੈ। ਇਸ ਤਰੀਕੇ ਦੇ ਨਾਲ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸਾਖੀ ਵਾਪਰੀ। ਕਹਿੰਦੇ ਨੇ ਇਸ ਤੋਂ ਇਲਾਵਾ ਬਹੁਤ ਸਾਰੀਆਂ ਐਸੀਆਂ ਬੀਬੀਆਂ ਨੇ ਜਿਨ੍ਹਾਂ ਦੇ ਵਿੱਚ ਐਸੀਆਂ ਸ਼ਕਤੀਆਂ ਨੇ। ਔਰ ਇਹ ਜਿਹੜੀ ਸਾਖੀ ਆਈ ਹੈ, ਇਸ ਬੀਬੀ ਦਾ ਨਾਂ ਇਤਿਹਾਸਾਂ ਦੇ ਵਿੱਚ ਸਤਿਆਵਾਦੀ ਲਿਖਿਆ ਹੋਇਆ ਕਿ ਜਿਹੜੀ ਬੀਬੀ ਨੇ 10 ਦਿਨ ਸੂਰਜ ਨਹੀਂ ਚੜ੍ਹਨ ਦਿੱਤਾ ਉਹਦਾ ਨਾਂ ਸਤਿਆਵਾਦੀ ਸੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਸਾਖੀ ਸੁਣਾਈ ਤੇ ਨਾਲ ਹੀ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਏਮ ਪਤੀ ਬ੍ਰਤਾ ਬਿਖੈ ਬਹੁ ਬਲ ਹੈ, ਧਾਰੇ ਸ਼ਕਤ ਗਮਨੇ ਸਭ ਥਲ ਹੈ। ਇਸ ਤਰੀਕੇ ਦੇ ਨਾਲ ਗੁਰੂ ਜੀ ਕਹਿੰਦੇ ਨੇ ਕਿ ਜਿਹੜੀ ਇਸਤਰੀ ਹੁੰਦੀ ਹੈ ਪਤੀ ਬ੍ਰਤਾ ਧਰਮ ਦੀ ਧਾਰਨੀ, ਉਹਦੇ ਵਿੱਚ ਬਹੁਤਾ ਬਲ ਹੁੰਦਾ ਹੈ, ਉਹਦੇ ਵਿੱਚ ਬਹੁਤੀ ਤਾਕਤ ਹੁੰਦੀ ਹੈ। ਤੇ ਕਹਿੰਦੇ ਨੇ ਜੀ ਕਾਬਲ ਵਾਲੀ ਬੀਬੀ ਹੈ, ਇਹਦੇ ਵਿੱਚ ਵੀ ਇਸ ਤਰ੍ਹਾਂ ਦੀ ਸ਼ਕਤੀ ਹੈ। ਇਸੇ ਕਰਕੇ ਜਦੋਂ ਜੀ ਕਰਦਾ ਹੈ ਉਹ ਆ ਜਾਂਦੀ ਹੈ, ਜਦੋਂ ਜੀ ਕਰਦਾ ਹੈ ਚਲੀ ਜਾਂਦੀ ਹੈ। ਜਾਂ ਤੇ ਕਾਬਲ ਤੇ ਚੱਲ ਆਈ, ਇੱਕ ਪਤੀ ਬ੍ਰਤ ਪੁਨ ਸੇਵ ਕਮਾਈ। ਹੁਣ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਸ ਕਰਕੇ ਇਹ ਜਿਹੜੀ ਬੀਬੀ ਹੈ ਨਾ ਰੋਜ਼ ਕਾਬਲ ਤੋਂ ਚੱਲ ਕੇ ਆਉਂਦੀ ਹੈ ਆਪਣੀਆਂ ਸ਼ਕਤੀਆਂ ਦੇ ਜ਼ੋਰ ਦੇ ਨਾਲ। ਗੁਰੂ ਜੀ ਕਹਿੰਦੇ ਨੇ ਇਹਦੇ ਵਿੱਚ ਦੋਹਰਾਪਣ ਹੈ। ਇੱਕ ਪਤੀ ਬ੍ਰਤਾ, ਇੱਕ ਤੇ ਪਤੀ ਬ੍ਰਤਾ ਧਰਮ ਦੀ ਧਾਰਨੀ ਹੈ, ਪੁਨ ਸੇਵ ਕਮਾਈ, ਤੇ ਦੂਸਰਾ ਸੇਵਾ ਕਰਦੀ ਹੈ। ਇਸ ਕਰਕੇ ਇਹ ਬੀਬੀ ਦੀ ਵੱਡੀ ਮਹਾਨਤਾ। ਸਤ ਗੁਰ ਧਿਆਨ ਧਰੈ ਦਿਨ ਰੈਨ, ਭਾਈ ਅਦਕ ਸ਼ਕਤੀ ਗਨ ਐਨ। ਗੁਰੂ ਜੀ ਕਹਿੰਦੇ ਨੇ ਕਿ ਸਤਿਗੁਰੂ ਦੇ ਚਰਨਾਂ ਦਾ ਹਮੇਸ਼ਾ ਰਾਤ ਦਿਨ ਇਹ ਧਿਆਨ ਧਾਰਨ ਕਰਕੇ ਰੱਖਦੀ ਹੈ। ਇਸ ਕਰਕੇ ਗੁਰੂ ਜੀ ਕਹਿੰਦੇ ਨੇ ਇਹ ਮਾਨੋ ਕਿ ਵੱਡੀਆਂ ਸ਼ਕਤੀਆਂ ਦਾ ਇੱਕ ਘਰ ਹੈ। ਗ੍ਰਸਤ ਬਿਖੇ ਜੇ ਭਗਤ ਕਰਨ ਤੇ, ਗੁਰ ਸੇਵੈ ਪ੍ਰਭ ਕੋ ਸਿਮਰਨ ਤੇ। ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਸਿੱਖਿਆ ਦੇ ਰਹੇ ਨੇ ਕਿ ਗ੍ਰਸਤੀ ਧਰਮ ਦੇ ਜਿਹੜੇ ਧਾਰਨੀ ਨੇ, ਗ੍ਰਸਤ ਦੇ ਵਿੱਚ ਰਹਿ ਕੇ ਜਿਹੜੇ ਮਨੁੱਖ ਭਗਤੀ ਕਰਦੇ ਨੇ, ਫਿਰ ਗੁਰੂ ਦੀ ਸੇਵਾ ਕਰਦੇ ਨੇ, ਪ੍ਰਭੂ ਦੇ ਨਾਮ ਦਾ ਜਾਪ ਕਰਦੇ ਨੇ, ਤਿੰਨ ਸਮਾਨ ਦੂਸਰ ਨਹੀਂ ਹੋਏ, ਸੁਣ ਗੁਰ ਤੇ ਹਰਖਤ ਪੇ ਕੋਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਿਹੜੇ ਗ੍ਰਸਤੀ ਮਾਰਗ ਦੇ ਧਾਰਨੀ ਬਣ ਕੇ ਫਿਰ ਭਗਤੀ ਕਰਦੇ ਨੇ, ਗੁਰੂ ਦੀ ਸੇਵਾ ਕਰਦੇ ਨੇ, ਕਹਿੰਦੇ ਨੇ ਤਿੰਨ ਸਮਾਨ ਦੂਸਰ ਨਹੀਂ ਕੋਏ, ਦੁਨੀਆ ਦੇ ਵਿੱਚ ਉਹਨਾਂ ਦੇ ਵਰਗਾ ਹੋਰ ਕੋਈ ਹੋ ਹੀ ਨਹੀਂ ਸਕਦਾ। ਸੁਣ ਗੁਰ ਤੇ ਹਰਖਤ ਸਭ ਕੋਏ। ਜਦੋਂ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਦੇ ਬਚਨ ਸੁਣਾਏ ਤੇ ਸਤਿਗੁਰਾਂ ਦੇ ਬਚਨਾਂ ਨੂੰ ਸੁਣ ਕੇ ਸਾਰੇ ਦੇ ਸਾਰੇ ਬਹੁਤ ਪ੍ਰਸੰਨ ਹੋਏ, ਬੜੇ ਖੁਸ਼ ਹੋਏ। ਤਾਨ ਤਾਨ ਤੁਮ ਪ੍ਰਭੂ ਕਿਰਪਾਲੂ, ਦਾਤਾ ਸ਼ਕਤੀ ਬ੍ਰਿੰਦ ਬਸਾਲੂ। ਸਾਰੇ ਸਿੱਖ ਕਹਿੰਦੇ ਨੇ ਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੁਸੀਂ ਧੰਨ ਹੋ, ਤੁਸੀਂ ਧੰਨ ਹੋ ਸੱਚੇ ਪਾਤਸ਼ਾਹ, ਤੁਸੀਂ ਕਿਰਪਾਲੂ ਹੋ, ਦਾਤਾ ਸ਼ਕਤੀ ਬ੍ਰਿੰਦ ਬਸਾਲੂ, ਵੱਡੀਆਂ ਸਮੂਹ ਸ਼ਕਤੀਆਂ ਦੇ ਸੱਚੇ ਪਾਤਸ਼ਾਹ ਤੁਸੀਂ ਦੇਣ ਵਾਲੇ ਦਾਤੇ। ਪੁਨ ਸੋ ਮਾਈ ਨਿਕਟ ਹਕਾਰੀ, ਕਰੀ ਨਿਹਾਲ ਸੋ ਗਿਰਾ ਉਚਾਰੀ। ਇਸ ਤੋਂ ਬਾਅਦ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਉਸ ਕਾਬਲ ਵਾਲੀ ਬੀਬੀ ਨੂੰ ਆਪਣੇ ਕੋਲ ਬੁਲਾਇਆ ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਨੂੰ ਨਿਹਾਲ ਕਰਨ ਵਾਲੇ ਬਚਨ ਇਸ ਤਰੀਕੇ ਦੇ ਨਾਲ ਆਖੇ। ਕਹਿੰਦੇ ਨੇ ਆਤਮ ਗਿਆਨ ਦੰਪਤੀ ਪਾਵੋ, ਅੰਤ ਸਮੇਂ ਮੁਝ ਸੋ ਮਿਲ ਜਾਵੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਬੀਬੀ ਅਸੀਂ ਤੇਰੇ ਉੱਤੇ ਬਹੁਤ ਜ਼ਿਆਦਾ ਪ੍ਰਸੰਨ ਹਾਂ ਔਰ ਪ੍ਰਸੰਨਤਾ ਦੀ ਹਾਲਤ ਦੇ ਵਿੱਚ ਅਸੀਂ ਤੈਨੂੰ ਵਰਦਾਨ ਦਿੰਦੇ ਹਾਂ ਕਿ ਤੁਸੀਂ ਦੋਵੇਂ ਜੀ ਆਤਮ ਗਿਆਨ ਦੀ ਪ੍ਰਾਪਤੀ ਕਰੋਗੇ। ਜਿੰਨਾ ਚਿਰ ਜਿਉਂਦੇ ਰਹੋਗੇ ਆਤਮ ਗਿਆਨ ਦੇ ਧਾਰਨੀ ਰਹੋਗੇ ਔਰ ਜਦੋਂ ਤੁਸੀਂ ਮਰ ਜਾਓਗੇ ਨਾ ਮੁਝ ਸੋ ਮਿਲ ਜਾਓ ਤੇ ਮੇਰੇ ਵਿੱਚ ਹੀ ਆਣ ਕੇ ਮਿਲ ਜਾਓਗੇ, ਮੇਰੇ ਵਿੱਚ ਹੀ ਲੀਨ ਹੋ ਜਾਓ। ਇਮ ਪ੍ਰਸੰਗ ਤਿਸ ਮਾਈ ਕੇਰਾ, ਕਰਿਓ ਧਾਰ ਪਰਮ ਸੁਖ ਹੀਰਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ ਉਸ ਬੀਬੀ ਦਾ ਪ੍ਰਸੰਗ ਹੈ, ਕਰਿਓ ਉਧਾਰ ਪਰਮ ਸੁਖ ਹੋਏਰਾ। ਕਹਿੰਦੇ ਨੇ ਕਿ ਉਸਨੇ ਬਹੁਤਿਆਂ ਸਾਰਿਆਂ ਹੋਰਾਂ ਦਾ ਵੀ ਉਧਾਰ ਕਰ ਦਿੱਤਾ। ਇਸ ਤਰੀਕੇ ਦੇ ਨਾਲ ਸੱਚੇ ਪਾਤਸ਼ਾਹ ਜੀ ਨੇ ਉਹਦਾ ਉਧਾਰ ਕੀਤਾ। ਸਤ ਗੁਰ ਸਕਲ ਸ਼ਕਤ ਕੋ ਦਾਤਾ, ਸਿੱਖ ਸੰਗਤ ਸਭ ਹਿਨ ਮਨ ਜਾਤਾ।
कवि जी लिखते ने कि उस वेले सारी संगत ने इस गल नूं जाणिया सतगुर सकल शक्त को दाता, कि सतगुरु सारियां ही शक्तियां दा दाता है, देण वाला है। सारी संगत ने इस गल नूं समझिया। इस जगह दे उत्ते कवि जी अपने इस अध्याय दी समाप्ति करदे हैं। दूसरे पासे समा भी समाप्त हो चुका है। कल नूं जिस तरीके दे नाल अगले अध्याय दे विच अगले सतगुरां दे इतिहास नूं कवि जी बयान करनगे, मैं उसे तरह साध संगत दे सन्मुख अर्ज करांगा। अगे जो सतगुरु सच्चे पातशाह जी की रजा होवेगी उसे तरह वरतेगी। अजिनियां ही अर्जां करदा होया मैं इत्थे ही कथा नूं विश्राम दे के सारी साध संगत तों खिमा दा जाच। हे अच्युत हे पार ब्रह्म अविनाशी अगनास, हे पूरन हे सर्ब मैं दुख पंजन गुणतास, हे संगी हे निरंकार हे निर्गुण सब टेक, हे गोविंद हे गुण निधान जाके सदा विवेक, हे अपरंपर हर हरे है पी हो अनहार, हे संताह कै सदा संग ने धारा आधार, हे ठाकुर हो दास रो मैं निर्गुण गुण नहीं कोई, नानक दीजै नाम दान राखो हिय परोय, याही कुल ते प्रगट होय ताही कुल को नाम, उन द्वादश गुरिंड को मेरी है प्रणाम।